ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਨੂੰ ਧਿਆਉਣ ਵਾਸਤੇ, ਗੁਰੂ ਨਾਨਕ ਨੂੰ ਸਮਝਣ ਵਾਸਤੇ ਮੈਨੂੰ ਇਸ ਬੋਡੀ ਦੀ ਕੌਨਸ਼ੀਅਸਨੈਸ ਨੂੰ ਛੱਡਣਾ ਪਊਗਾ। ਦੇਖੋ ਜਦੋਂ ਆਪਾਂ ਕਹਿੰਦੇ ਆ ਨਾ ਗੁਰੂ ਨਾਨਕ ਲਈ ਧਿਆਏ, ਤਾਂ ਹੁਣ ਧਿਆਉਣ ਦਾ ਮਤਲਬ ਕੀ ਆ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਤੁਹਾਡੇ ਅੰਦਰ ਗੁਰੂ ਨਾਨਕ ਦਾ ਜ਼ਿਕਰ ਆਵੇ ਤਾਂ ਤੁਸੀਂ ਗੁਰੂ ਨਾਨਕ ਦੀ ਬੋਡੀ ਨੂੰ ਥੋੜ੍ਹੀ ਸਿਮਰੋਗੇ। ਤੁਸੀਂ ਇਹ ਥੋੜ੍ਹੀ, ਕਿਉਂਕਿ ਸਾਡੇ ਕੋਲ ਤਾਂ ਜਿਹੜੀਆਂ ਉਹ ਤਸਵੀਰਾਂ ਆਪਾਂ ਆਪਣੇ ਬੈਡਰੂਮ, ਆਪਣੇ ਡਰਾਇੰਗ ਰੂਮਸ, ਆਪਣੇ ਲਿਵਿੰਗ ਰੂਮ ਦੇ ਵਿੱਚ ਲਾ ਕੇ ਬੈਠੇ ਹੁੰਦੇ ਆ, ਉਹ ਤਸਵੀਰ ਤਾਂ ਪਤਾ ਨਹੀਂ ਗੁਰੂ ਨਾਨਕ ਦੀ ਹੈ ਵੀ ਨਹੀਂ। ਸੋ ਸਾਨੂੰ ਗੁਰੂ ਨਾਨਕ ਨੂੰ ਐਜ਼ ਅ ਬੋਡੀ ਤਾਂ ਆਪਾਂ ਨਹੀਂ ਸਿਮਰ ਸਕਦੇ ਨਾ। ਗੁਰੂ ਨਾਨਕ ਨੂੰ ਧਿਆਉਣ ਵਾਸਤੇ ਬੋਡੀ ਤਾਂ ਨਹੀਂ ਸਿਮਰੀ ਜਾ ਸਕਦੀ। ਗੁਰੂ ਨਾਨਕ ਨੂੰ ਧਿਆਇਆ ਕਿਵੇਂ ਜਾ ਸਕਦਾ? ਜਦੋਂ ਆਪਾਂ ਗੁਰੂ ਨਾਨਕ ਦੇ ਫਲਸਫੇ ਨੂੰ ਸਮਝਾਂਗੇ। ਗੁਰੂ ਨਾਨਕ ਮਹਾਰਾਜ ਨੇ ਸਾਨੂੰ ਉਹਨਾਂ ਨੇ ਕੀ ਫਲਸਫਾ ਦਿੱਤਾ, ਸਾਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਕਿਹੜੇ ਰਾਹ ਵੱਲ ਜਾਣ ਦੀ ਗੱਲ ਕੀਤੀ, ਜਦੋਂ ਆਪਾਂ ਉਸ ਗੱਲ ਦੇ ਉੱਤੇ ਆਵਾਂਗੇ ਫਿਰ ਅਸੀਂ ਗੁਰੂ ਨਾਨਕ ਨੂੰ ਧਿਆ ਸਕਦੇ ਹਾਂ। ਗੁਰੂ ਨਾਨਕ ਦੀ ਪਰਸਨੈਲਿਟੀ ਦਾ ਇੱਕ ਹਿੱਸਾ ਨਹੀਂ, ਗੁਰੂ ਨਾਨਕ ਪੂਰੀ ਤਰ੍ਹਾਂ ਨਾਲ, ਗੁਰੂ ਨਾਨਕ ਕੀ ਆ, ਕੌਣ ਆ, ਉਹ ਤੁਹਾਨੂੰ ਆਪਣੇ ਅੰਦਰ ਵਸਾਉਣੇ ਪੈਣਗੇ। ਉਸ ਲੈਵਲ ਤੇ ਜਾਣ ਲਈ ਤੁਹਾਨੂੰ ਮੱਤ ਕੰਮ ਨਹੀਂ ਦੇ ਸਕਦੀ, ਗੁਰਮੱਤ ਕੰਮ ਦਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦਾ ਐਪੀਸੋਡ ਉਸ ਤਰ੍ਹਾਂ ਤੇ ਜਿਵੇਂ ਆਪਾਂ ਹਮੇਸ਼ਾ ਕਰਦੇ ਹੁੰਦੇ ਹਾਂ ਕਿ 5 ਐਪੀਸੋਡਸ ਦੇ ਬਾਅਦ ਫਿਰ ਇੱਕ ਐਪੀਸੋਡ ਆਪਾਂ ਰੱਖਦੇ ਹੁੰਦੇ ਹਾਂ ਕੁਐਸਚਨ ਆਨਸਰਸ ਦੇ ਉੱਤੇ। ਔਰ ਸਵਾਲ ਬਹੁਤ ਸਾਡੇ ਕੋਲ ਸਵਾਲ ਆਏ। ਮੈਨੂੰ ਲੱਗਦਾ ਕਿ 2-3 ਜਿਹੜੇ ਐਪੀਸੋਡ ਆ ਉਹ ਬੈਕ ਟੂ ਬੈਕ ਸਿਰਫ ਜਿਹੜੇ ਕੁਐਸਚਨਸ ਦਾ ਬੈਕਲੌਗ ਆ ਉਹ ਕਲੀਅਰ ਕਰਨ ਨੂੰ ਮੈਨੂੰ ਕਰਨੇ ਪੈਣੇ ਆ। ਪਰ ਪਿਛਲੇ ਐਪੀਸੋਡਸ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਔਰ ਜਿੱਥੇ ਆਪਣੀ ਗੱਲ ਛੁੱਟੀ ਸੀ ਉਹ ਸੀਗੀ ਭਗੌਤੀ। ਆਪਾਂ ਜਿਹੜਾ ਅਰਦਾਸ ਦੇ ਵਿੱਚ ਜਿਹੜਾ ਵਰਡ ਭਗੌਤੀ ਆਉਂਦਾ ਆ ਉਹਦੇ ਬਾਰੇ ਡਿਸਕਸ ਕਰ ਰਹੇ ਸੀਗੇ। ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਭਗੌਤੀ ਦਾ ਮਤਲਬ ਕੀ ਆ। ਬੇਸਿਕਲੀ ਮੈਂ ਪਿਛਲੀ ਵਾਰੀ ਵੀ ਇਹ ਦੱਸਿਆ ਸੀਗਾ ਕਿ ਇਹ ਜਿਹੜਾ ਸਵਾਲ ਹੈ ਉਹ ਮੈਨੂੰ ਬਹੁਤ ਵਾਰੀ ਬੜੀਆਂ ਅਲੱਗ-ਅਲੱਗ ਪਲੇਟਫਾਰਮਸ ਤੋਂ ਆਇਆ ਵੀ ਆ ਕਿ ਭਗੌਤੀ ਕੀ ਆ, ਭਗੌਤੀ ਨੂੰ ਆਪਾਂ ਕਿਸ ਤਰੀਕੇ ਨਾਲ ਸਮਝ ਸਕਦੇ ਹਾਂ। ਫਿਰ ਕਿਉਂਕਿ ਇਸ ਵਰਡ ਦੇ ਉੱਤੇ ਬਹੁਤ ਸਾਰੀ ਕੰਟਰੋਵਰਸੀ ਵੀ ਹੈ ਨਾ, ਔਰ ਬਹੁਤ ਲੰਬੇ ਸਮੇਂ ਤੋਂ ਇਹ ਕੰਟਰੋਵਰਸੀ ਚੱਲੀ ਆ ਰਹੀ ਆ। ਇਸ ਕਰਕੇ ਮੈਨੂੰ ਲੱਗਦਾ ਸੀਗਾ ਕਿ ਭਗੌਤੀ ਜਿਹੜਾ ਵਰਡ ਆ ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਮੈਂ ਉਹਨੂੰ ਚੰਗੀ ਤਰ੍ਹਾਂ ਨਾਲ, ਜਿੰਨੀ ਕੁ ਮੇਰੀ ਬੁੱਧ ਹੈ, ਜਿਸ ਤਰੀਕੇ ਨਾਲ ਮੈਨੂੰ ਸਮਝ ਆਉਂਦੀ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ, ਜੋ ਮੇਰੇ ਪੱਲੇ ਪੈਂਦਾ ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਸਕਾਂ। ਅਤੇ ਜੇ ਤੁਹਾਨੂੰ ਉਹਦੇ 'ਚ ਕੁਛ ਲੱਗੇ ਕਿ ਨਹੀਂ ਇਹਦੇ 'ਚ ਕੁਛ ਘੱਟ ਹੈ ਜਾਂ ਵੱਧ ਹੈ ਜਾਂ ਮੈਂ ਕੁਛ ਗਲਤ ਬੋਲੀ ਹਾਂ, ਤਾਂ ਤੁਸੀਂ ਮੇਰੇ ਨਾਲ ਦੁਬਾਰਾ ਮੇਰੇ ਨਾਲ ਕੰਟੈਕਟ ਕਰਕੇ ਤਾਂ ਆਪਾਂ ਉਹਨੂੰ ਇੱਕ ਪ੍ਰੋਪਰ ਜਗ੍ਹਾ ਦੇ ਉੱਤੇ ਲੈ ਕੇ ਜਾਈਏ, ਕੰਟਰੋਵਰਸ਼ੀਅਲ ਸਟੇਟਸ 'ਚੋਂ ਬਾਹਰ। ਤਾਂ ਇਸ ਕਰਕੇ ਜਿਹੜਾ ਅੱਜ ਦਾ ਐਪੀਸੋਡ ਆ, ਕਿਉਂਕਿ ਪਿਛਲੀ ਵਾਰੀ ਜਿੱਥੇ ਆਪਾਂ ਗੱਲ ਖ਼ਤਮ ਕੀਤੀ ਸੀਗੀ ਮੈਂ ਉਹ ਤੋਂ ਹੀ ਅੱਗੇ ਤੋਰਨਾ ਚਾਹੂੰਗੀ, ਕਿਉਂਕਿ ਇੱਕ ਤਾਂ ਇਹ ਕੁਐਸਚਨ ਆਨਸਰ ਸੀਰੀਜ਼ ਦੇ ਵਿੱਚ ਵੀ ਆ ਜਾਊਗਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਭਗੌਤੀ ਦੇ ਉੱਤੇ ਸਵਾਲ ਕੀਤੇ ਸੀਗੇ। ਸੋ ਇੱਕ ਤਾਂ ਉਸ ਕੁਐਸਚਨ ਆਨਸਰ ਸੀਰੀਜ਼ ਵਿੱਚ ਵੀ ਆ ਜਾਊਗਾ, ਦੂਸਰਾ ਆਪਣੀ ਗੱਲ ਵੀ ਕੰਪਲੀਟ ਹੋ ਜਾਊਗੀ। ਫਿਰ ਦੇਖਾਂਗੇ ਜੇ ਸਮਾਂ ਬਚਿਆ ਤਾਂ ਫਿਰ ਆਪਾਂ ਬਾਕੀ ਜਿਹੜੇ ਹੋਰ ਸਵਾਲ ਆਏ ਨੇ ਉਹ ਲੈਣ ਦੀ ਕੋਸ਼ਿਸ਼ ਕਰਾਂਗੇ, ਜੇ ਨਹੀਂ ਤਾਂ ਫਿਰ ਕੁਐਸਚਨ ਆਨਸਰਸ ਆਪਾਂ ਅਗਲੇ ਐਪੀਸੋਡ ਦੇ ਵਿੱਚ ਲੈ ਜਾਵਾਂਗੇ। ਹੁਣ ਪਿਛਲੇ ਐਪੀਸੋਡ ਵਿੱਚ ਆਪਾਂ ਜਿਹੜੀ ਗੱਲ ਕੀਤੀ ਆ ਉਹ ਸੀਗੀ ਕਿ ਭਗੌਤੀ ਦਾ ਮਤਲਬ ਕੀ ਹੈ। ਤਾਂ ਮੈਂ ਤੁਹਾਡੇ ਨਾਲ ਇਹ ਡਿਸਕਸ ਕਰ ਰਹੀ ਸੀ ਕਿ ਅਸੀਂ ਕਿਸੇ ਵੀ ਚੀਜ਼ ਦਾ ਜਦੋਂ ਆਪਾਂ ਉਹਦੀ ਡੈਫੀਨੇਸ਼ਨ ਪੁੱਛਣੀ ਆ ਤਾਂ ਅਸੀਂ ਆਪਣੇ ਗੁਰੂ ਕੋਲੇ ਪੁੱਛਣੀ ਆ। ਸਾਡੇ ਗੁਰੂ ਕੌਣ ਆ? ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹਰ ਇੱਕ ਚੀਜ਼ ਦਾ ਜੋ ਸਾਡੀ ਰਵਾਇਤ ਦੇ ਵਿੱਚ ਹੈਗੀ ਆ ਜਾਂ ਜੋ ਵੀ ਅਸੀਂ ਬੋਲਦੇ ਹਾਂ ਆਪਣੀਆਂ ਸਿੱਖ ਪਰੰਪਰਾਵਾਂ ਦੇ ਵਿੱਚ ਰਹਿ ਕੇ, ਉਹਦਾ ਕਿਤੇ ਨਾ ਕਿਤੇ ਜੜ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਹੀ ਆਊਗੀ। ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਦੱਸਣਗੇ ਕਿ ਇਹਦਾ ਮਤਲਬ ਕੀ ਆ। ਬਹੁਤ ਸਾਰੀਆਂ ਕੰਟਰੋਵਰਸੀਜ਼ ਇਸ ਵਰਡ ਦੇ ਪਿੱਛੇ ਹੈਗੀਆਂ। ਕੋਈ ਕਹਿੰਦਾ ਜੀ ਇਹ ਦੇਵੀ ਦਾ ਪ੍ਰਤੀਕ ਆ, ਕੋਈ ਕਹਿੰਦਾ ਇਹ ਸ਼ਸਤਰ ਦਾ ਪ੍ਰਤੀਕ ਆ, ਕੋਈ ਕੁਛ, ਕਿਸੇ ਨੇ ਕੋਈ ਜਿਹੜੇ ਉੜੀਸਾ ਦੇ ਕੋਈ ਇੱਕ ਕਬੀਲਾ ਹੈ ਜਿਹੜੇ ਭਗੌਤ ਪਾਉਂਦੇ ਆ ਉਹਨਾਂ ਨੂੰ ਵੀ ਭਗੌਤੀ। ਸੋ ਹਰ ਇੱਕ ਤਰੀਕੇ ਦੇ ਨਾਲ ਇਹਨੂੰ ਸਮਝਿਆ ਗਿਆ, ਦੇਖਿਆ ਗਿਆ। ਮੇਰੀ ਤੁਹਾਡੇ ਸਾਰਿਆਂ ਨੂੰ ਇੱਕੋ ਹੀ ਜਿਹੜੀ ਰਿਕੁਐਸਟ ਹੈ ਉਹ ਇਹ ਆ, ਬੇਨਤੀ ਆ ਮੇਰੀ, ਕਿ ਅਸੀਂ ਜਦੋਂ ਵੀ ਕੁਛ ਪੁੱਛਣਾ ਹੈ ਤਾਂ ਬੰਦਾ ਆਪਣੇ ਗੁਰੂ ਨੂੰ ਪੁੱਛਦਾ ਹੁੰਦਾ ਜਾਂ ਆਪਣੇ ਮਾਂ ਬਾਪ ਨੂੰ ਪੁੱਛਦਾ ਹੁੰਦਾ ਆ। ਹਰ ਕਿਸੇ ਨੂੰ ਪੁੱਛਣ ਆਪਾਂ ਨਹੀਂ ਤੁਰ ਜਾਂਦੇ, ਕਿਉਂਕਿ ਇੱਕ ਅੱਖਰ ਦੇ ਕਈ ਭਾਸ਼ਾਵਾਂ ਦੇ ਵਿੱਚ ਕਈ ਤਰ੍ਹਾਂ ਦੇ ਮਤਲਬ ਹੋ ਸਕਦੇ ਆ। ਸਾਨੂੰ ਇਹ ਦੇਖਣਾ ਹੈ ਕਿ ਸਾਡਾ ਗੁਰੂ ਸਾਨੂੰ ਕੀ ਦੱਸ ਰਿਹਾ, ਦੈਟ ਇਜ਼ ਇਟ। ਔਰ ਗੁਰੂ ਸਾਡਾ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਹੁਣ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠੂੰਗੀ, ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੈਠੋਗੇ, ਉੱਥੋਂ ਪੁੱਛਾਂਗੇ ਆਪਾਂ ਕਿ ਭਗੌਤੀ ਦਾ ਮਤਲਬ ਕੀ ਆ। ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠ ਕੇ ਜੋ ਆਪਾਂ ਨੂੰ ਅਜੇ ਤੱਕ ਜੋ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਇਹ ਗੱਲ ਕਲੀਅਰ ਕਰ ਸਕੇ ਹਾਂ ਉਹ ਇਹ ਹੈ
ਕਿ ਭਗੌਤੀ ਜਿਹੜੀ ਹੈ ਉਹ ਮੱਤ ਨੂੰ ਕਿਹਾ ਗਿਆ, ਗੁਰਮਤ ਨੂੰ ਕਿਹਾ ਗਿਆ। ਆਪਾਂ ਪਿਛਲੇ ਐਪੀਸੋਡ ਦੇ ਵਿੱਚ ਬੜਾ ਡੀਟੇਲ ਦੇ ਵਿੱਚ ਇਹਦੇ ਉੱਤੇ ਡਿਸਕਸ ਕੀਤਾ ਸੀਗਾ ਕਿ ਗੁਰੂ ਪਾਤਸ਼ਾਹ ਕਿਸ ਤਰੀਕੇ ਨਾਲ ਦੱਸਦੇ ਆ ਕਿ ਭਗੌਤੀ ਹੋਇਆ ਕਿੱਦਾਂ ਜਾ ਸਕਦਾ। ਬੇਸਿਕਲੀ ਉੱਥੇ ਸਰੀਰ ਦੀ ਗੱਲ ਹੋ ਹੀ ਨਹੀਂ ਰਹੀ, ਉੱਥੇ ਕਿਰਨ ਐਜ਼ ਇਟ ਇਜ਼ ਜਿਹੜੀ ਬੋਡੀ ਆ ਉਹ ਨਹੀਂ ਰਹਿ ਜਾਂਦੀ, ਤੁਸੀਂ ਐਜ਼ ਇਟ ਇਜ਼ ਬੋਡੀ ਜਿਵੇਂ ਹੋ ਉਹ ਨਹੀਂ ਰਹਿ ਜਾਂਦੇ। ਗੁਰੂ ਪਾਤਸ਼ਾਹ ਸਿਰਫ ਜਿਹੜੀ ਹੈ ਉਹ ਗੱਲ ਕਰਦੇ ਆ ਮੱਤ ਦੀ, ਕਿ ਤੁਹਾਡੀ ਮੱਤ ਭਗੌਤੀ ਹੋ ਸਕਦੀ ਆ ਤਾਂ ਭਗਵੰਤ ਨੂੰ ਪਾਇਆ ਜਾ ਸਕਦਾ, ਸਿਰਫ ਭਗੌਤੀ ਹੀ ਭਗਵੰਤ ਨੂੰ ਪਾ ਸਕਦਾ। ਹੁਣ ਇਹ ਜਿਹੜਾ ਸਰੀਰ ਹੈ, ਇਸ ਸਰੀਰ ਦੇ ਵੱਸ ਦੀ ਗੱਲ ਨਹੀਂ। ਭਗਵੰਤ ਜਿਹਨੂੰ ਆਪਾਂ ਸ਼ਬਦ ਰੂਪ ਵੀ ਕਹਿੰਦੇ ਆ, ਕਿਉਂਕਿ ਰੂਪ ਨਾ ਰੰਗ ਨਾ ਰੇਖ ਕਿਛ, ਇਹ ਗੱਲ ਤਾਂ ਸੱਚ ਹੈ ਨਾ ਉਹਦਾ ਰੂਪ ਆ ਨਾ ਰੰਗ ਆ ਨਾ ਰੇਖ ਆ। ਹੁਣ ਭਗਵੰਤ ਸਿੱਖਾਂ ਦੇ ਵਿੱਚ ਖਾਸ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਸ ਭਗਵੰਤ ਦਾ ਕੋਈ ਚਿਹਰਾ ਮੋਹਰਾ ਨਹੀਂ ਦੱਸਿਆ ਗਿਆ ਕਿ ਉਹ ਇੱਦਾਂ ਦਾ ਦਿਖਦਾ ਆ, ਉਹ ਸ਼ਬਦ ਰੂਪ ਦੇ ਵਿੱਚ ਸਥਾਪਿਤ ਆ, ਇੰਨੀ ਗੱਲ ਦੱਸੀ ਹੋਈ ਆ। ਹੁਣ ਉਹ ਜੋ ਸ਼ਬਦ ਰੂਪ ਦੇ ਵਿੱਚ ਸਥਾਪਿਤ ਆ ਉਹਨੂੰ ਸਮਝਣ ਵਾਸਤੇ ਵੀ ਤੁਹਾਨੂੰ ਸ਼ਬਦ ਰੂਪ ਹੀ ਹੋਣਾ ਪਊਗਾ, ਤੁਸੀਂ ਉਸ ਤੋਂ ਘੱਟ ਦੇ ਵਿੱਚ ਆਪਾਂ ਕਿਸੇ ਵੀ ਤਰੀਕੇ ਨਾਲ ਸਮਝ ਨਹੀਂ ਸਕਦੇ। ਤਾਂ ਜਦੋਂ ਭਗੌਤੀ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦੇ ਆ ਤਾਂ ਉਹ ਮੱਤ ਦੀ ਗੱਲ ਕਰਦੇ ਆ। ਸਰੀਰ ਸਿਰਫ ਇੱਕ ਜ਼ਰੀਆ ਹੋ ਸਕਦਾ ਆ, ਸਰੀਰ ਜ਼ਰੀਆ ਆ ਉਸ ਮੱਤ ਨੂੰ ਉਸ ਲੈਵਲ ਤੱਕ ਲੈ ਕੇ ਜਾਣ ਦਾ। ਇੰਨੀ ਗੱਲ ਆਪਾਂ ਪਿਛਲੀ ਵਾਰੀ ਜਿਹੜੀ ਆ ਉਹ ਕਲੀਅਰ ਕੀਤੀ ਸੀਗੀ। ਉਹ ਜਿਹੜੀ ਮੱਤ ਹੈ ਜਿਹਨੂੰ ਗੁਰਮਤ ਆਪਾਂ ਬੋਲਾਂਗੇ, ਕਿਉਂਕਿ ਮੱਤ ਤਾਂ ਹਰ ਤਰ੍ਹਾਂ ਦੀ ਹੋ ਸਕਦੀ ਆ, ਮੱਤ ਚੰਗੀ ਵੀ ਮੱਤ ਮਾੜੀ ਵੀ ਹੋ ਸਕਦੀ ਆ, ਪਰ ਭਗੌਤੀ ਜੋ ਹੈ ਉਹ ਗੁਰਮਤ ਹੋਊਗੀ ਔਰ ਗੁਰਮਤ ਦੇ ਨਾਲ ਭਗਵੰਤ ਨੂੰ ਪਾਇਆ ਜਾ ਸਕਦਾ ਆ। ਜਦੋਂ ਆਪਾਂ ਅਰਦਾਸ ਵਿੱਚ ਇਹ ਕਹਿੰਦੇ ਨਾ ਪ੍ਰਥਮ ਭਗੌਤੀ ਸਿਮਰ ਕੇ, ਹੁਣ ਇੱਥੇ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਆ ਕਿ ਪ੍ਰਥਮ ਭਗੌਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਇਹ ਕਿੱਦਾਂ ਆ? ਇੱਥੋਂ ਜੋ ਮੈਂ ਸਮਝਦੀ ਹਾਂ, ਜਿੰਨਾ ਕੁ ਮੇਰੀ ਅਕਲ ਦੇ ਵਿੱਚ ਆਉਂਦਾ ਆ, ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਪ੍ਰਥਮ ਭਗੌਤੀ ਸਿਮਰ ਕੇ, ਸਾਨੂੰ ਉਹ ਜਿਹੜੀ ਭਗੌਤੀ ਉਹ ਗੁਰਮਤ ਹੈ, ਸਭ ਤੋਂ ਪਹਿਲਾਂ ਉਹਨੂੰ ਆਪਣੇ ਸਮਰਨ ਦੇ ਵਿੱਚ ਲੈ ਕੇ ਆਉਣਾ ਪਊਗਾ। ਆਪਣੀ ਕੌਨਸ਼ੀਅਸਨੈਸ, ਮੈਨੂੰ ਇਹ ਸਮਝਣਾ ਪਊਗਾ ਕਿ ਇਹ ਜਿਹੜੀ ਬੋਡੀ ਆ, ਦਿਸ ਇਜ਼ ਓਨਲੀ, ਇਹ ਜਿਹੜਾ ਮੇਰਾ ਇੱਕ ਕਰਮ ਭੂਮੀ ਆ, ਜੋ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਕਿ ਇਹ ਇੱਕ ਕਰਮ ਭੂਮੀ ਆ, ਇਹ ਬੋਡੀ, ਇਹ ਸਰੀਰ। ਤਾਂ ਮੈਨੂੰ ਉਸ ਮੱਤ ਨੂੰ, ਜਿਹੜੀ ਗੁਰਮਤ ਹੈ, ਉਸ ਦੇ ਲੈਵਲ ਤੱਕ ਲੈ ਕੇ ਜਾਣਾ ਪਊਗਾ। ਤਾਂ ਕਰਕੇ ਪ੍ਰਥਮ ਭਗੌਤੀ ਮੈਨੂੰ ਸਿਮਰਨਾ ਪਊਗਾ, ਮੈਨੂੰ ਇਹ ਆਪਣੇ ਸਮਰਨ ਦੇ ਵਿੱਚ ਲੈ ਕੇ ਆਉਣਾ ਪਊਗਾ ਕਿ ਇਹ ਬੋਡੀ ਜਿਹੜੀ ਆ ਇਹਦਾ ਕੋਈ ਲੈਣ ਦੇਣ ਨਹੀਂ ਹੈ ਭਗਵੰਤ ਨੂੰ ਜਾਂ ਗੁਰੂ ਨਾਨਕ ਨੂੰ। ਇੱਥੇ ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਨੂੰ ਧਿਆਉਣ ਵਾਸਤੇ, ਗੁਰੂ ਨਾਨਕ ਨੂੰ ਸਮਝਣ ਵਾਸਤੇ ਮੈਨੂੰ ਇਸ ਬੋਡੀ ਦੀ ਕੌਨਸ਼ੀਅਸਨੈਸ ਨੂੰ ਛੱਡਣਾ ਪਊਗਾ। ਉਹ ਕਿੱਦਾਂ? ਦੇਖੋ, ਜਦੋਂ ਆਪਾਂ ਕਹਿੰਦੇ ਆ ਨਾ ਗੁਰੂ ਨਾਨਕ ਲਈ ਧਿਆਏ, ਤਾਂ ਹੁਣ ਧਿਆਉਣ ਦਾ ਮਤਲਬ ਕੀ ਆ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਤੁਹਾਡੇ ਅੰਦਰ ਗੁਰੂ ਨਾਨਕ ਦਾ ਜ਼ਿਕਰ ਆਵੇ ਤਾਂ ਤੁਸੀਂ ਗੁਰੂ ਨਾਨਕ ਦੀ ਬੋਡੀ ਨੂੰ ਥੋੜ੍ਹੀ ਸਿਮਰੋਗੇ। ਤੁਸੀਂ ਇਹ ਥੋੜ੍ਹੀ, ਕਿਉਂਕਿ ਸਾਡੇ ਕੋਲ ਤਾਂ ਜਿਹੜੀਆਂ ਉਹ ਤਸਵੀਰਾਂ ਆਪਾਂ ਆਪਣੇ ਬੈਡਰੂਮ, ਆਪਣੇ ਡਰਾਇੰਗ ਰੂਮਸ, ਆਪਣੇ ਲਿਵਿੰਗ ਰੂਮ ਦੇ ਵਿੱਚ ਲਾ ਕੇ ਬੈਠੇ ਹੁੰਦੇ ਆ, ਉਹ ਤਸਵੀਰ ਤਾਂ ਪਤਾ ਨਹੀਂ ਗੁਰੂ ਨਾਨਕ ਦੀ ਹੈ ਵੀ ਨਹੀਂ। ਸੋ ਸਾਨੂੰ ਗੁਰੂ ਨਾਨਕ ਨੂੰ ਐਜ਼ ਅ ਬੋਡੀ ਤਾਂ ਆਪਾਂ ਨਹੀਂ ਸਿਮਰ ਸਕਦੇ ਨਾ, ਗੁਰੂ ਨਾਨਕ ਨੂੰ ਧਿਆਉਣ ਵਾਸਤੇ ਬੋਡੀ ਤਾਂ ਨਹੀਂ ਸਿਮਰੀ ਜਾ ਸਕਦੀ। ਗੁਰੂ ਨਾਨਕ ਨੂੰ ਧਿਆਇਆ ਕਿਵੇਂ ਜਾ ਸਕਦਾ? ਜਦੋਂ ਆਪਾਂ ਗੁਰੂ ਨਾਨਕ ਦੇ ਫਲਸਫੇ ਨੂੰ ਸਮਝਾਂਗੇ। ਗੁਰੂ ਨਾਨਕ ਮਹਾਰਾਜ ਨੇ ਸਾਨੂੰ ਉਹਨਾਂ ਨੇ ਕੀ ਫਲਸਫਾ ਦਿੱਤਾ, ਸਾਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਕਿਹੜੇ ਰਾਹ ਵੱਲ ਜਾਣ ਦੀ ਗੱਲ ਕੀਤੀ, ਜਦੋਂ ਆਪਾਂ ਉਸ ਗੱਲ ਦੇ ਉੱਤੇ ਆਵਾਂਗੇ ਫਿਰ ਅਸੀਂ ਗੁਰੂ ਨਾਨਕ ਨੂੰ ਧਿਆ ਸਕਦੇ ਹਾਂ। ਹੁਣ ਇੱਥੇ ਇੱਕ ਗੱਲ ਜਿਹੜੀ ਇੰਪੋਰਟੈਂਟ ਆ ਉਹ ਇਹ ਆ ਕਿ ਗੁਰੂ ਨਾਨਕ ਨੂੰ ਸਮਝਿਆ ਕਿੱਦਾਂ ਜਾ ਸਕਦਾ। ਹੁਣ ਗੁਰੂ ਨਾਨਕ ਨੂੰ ਸਮਝਣ ਵਾਸਤੇ ਜੇ ਤਾਂ ਅਸੀਂ ਮੱਤ ਦੀ ਗੱਲ ਕਰਾਂਗੇ ਕਿ ਮੈਂ ਆਪਣੀ ਮੱਤ ਦੇ ਨਾਲ ਸਮਝਾਂ, ਤਾਂ ਕਿਸੇ ਦੀ ਮੱਤ ਦੇ ਵਿੱਚ ਗੁਰੂ ਨਾਨਕ ਜਿਹੜੇ ਆ ਉਹ ਕ੍ਰਾਂਤੀਕਾਰੀ ਆ, ਕਿਸੇ ਦੀ ਮੱਤ ਦੇ ਵਿੱਚ ਕਿ ਗੁਰੂ ਨਾਨਕ ਜੀ ਸਾਰਿਆਂ ਦਾ ਗੁਰੂ ਆ, ਉਹ ਸਾਰਿਆਂ ਨੂੰ ਠੀਕ ਕਹੀ ਜਾਂਦੇ ਆ, ਜਿਸ ਤਰੀਕੇ ਨਾਲ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ। ਸੋ ਹਰ ਇੱਕ ਬੰਦੇ ਦੀ ਜੈਸੀ ਮੱਤ ਹੈ ਉਸ ਤਰੀਕੇ ਨਾਲ ਉਹ ਗੁਰੂ ਨਾਨਕ ਨੂੰ ਸਮਝਣ ਦੀ ਕੋਸ਼ਿਸ਼ ਕਰੂਗਾ। ਸਾਡਾ ਹਾਲ ਉਹ ਬਿਲਕੁਲ ਉਸ ਤਰੀਕੇ ਨਾਲ ਹੋ ਜਾਊਗਾ ਜਿਵੇਂ ਉਹ ਅੰਨ੍ਹਿਆਂ ਦੇ ਰਾਜ ਦੇ ਵਿੱਚ ਇੱਕ ਹਾਥੀ ਆ ਗਿਆ ਸੀ। ਸ਼ਾਇਦ ਕਿਸੇ ਨੇ ਇਹ ਕਹਾਣੀ ਸੁਣੀ ਵੀ ਹੋਵੇ, ਅਤੇ ਅਗਰ ਨਹੀਂ ਸੁਣੀ ਮੈਂ ਸੁਣਾ ਦਿੰਦੀ ਹਾਂ ਕਿ ਇੱਕ ਅੰਨ੍ਹਿਆਂ ਦਾ ਰਾਜ ਸੀ, ਉਹਦੇ ਵਿੱਚ ਕੋਈ ਵੀ ਜਿਹੜਾ ਸੀ ਉਹ ਸੁਜਾਖਾ ਨਹੀਂ ਸੀ, ਕਿਸੇ ਦੀਆਂ ਵੀ ਅੱਖਾਂ ਨਹੀਂ ਸੀਗੀਆਂ, ਸਭ ਅੰਨ੍ਹੇ ਸੀ। ਉੱਥੇ ਇੱਕ ਹਾਥੀ ਆ ਗਿਆ, ਅਤੇ ਹਾਥੀ ਜਦੋਂ ਆਇਆ ਉਸ ਰਾਜੇ ਨੇ ਕਿਹਾ ਕਿ ਤੁਸੀਂ ਜਾਓ, 3-4 ਬੰਦਿਆਂ ਨੂੰ ਕਿਹਾ ਜਾਓ ਜਾ ਕੇ ਦੇਖੋ ਕਿ ਹਾਥੀ ਕਿਹੋ ਜਿਹਾ ਹੁੰਦਾ ਆ। ਹੁਣ ਉਹ ਸਾਰੇ ਅੰਨ੍ਹੇ, ਉਹ ਜਾ ਕੇ ਦੱਸਣ ਕਿੱਦਾਂ? ਇੱਕ ਗਿਆ, ਉਹਦੇ ਹੱਥ 'ਚ ਪੂਛ ਆਈ, ਦੂਜੇ ਦੇ ਹੱਥ 'ਚ ਸੁੰਡ ਆਈ, ਤੀਜੇ ਦੇ ਹੱਥ 'ਚ ਉਹਦੀ ਜਿਹੜੇ ਕੰਨ ਆਏ, ਚੌਥੇ ਦੇ ਹੱਥ ਦੇ ਵਿੱਚ ਜਿਹੜੀ ਉਹਦੀਆਂ ਲੱਤਾਂ ਉਹ ਆ ਗਈਆਂ। ਜਦੋਂ ਉਹ ਵਾਪਸ ਆਏ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਹਾਥੀ ਕਿੱਦਾਂ ਦਾ ਹੁੰਦਾ ਆ, ਕੀ ਹੁੰਦਾ ਹਾਥੀ ਦੱਸੋ? ਪਹਿਲੇ ਵਾਲਾ ਕਹਿੰਦਾ ਜੀ ਜਿਹੜਾ ਹਾਥੀ ਹੈ ਨਾ ਉਹ ਰੱਸੀ ਵਰਗਾ ਹੁੰਦਾ ਆ,
ਜਿਹਦੇ ਹੱਥ 'ਚ ਉਹਦੀ ਪੂਛ ਆਈ ਸੀ, ਉਹ ਕਹਿੰਦਾ ਰੱਸੀ ਵਰਗਾ ਹੁੰਦਾ। ਦੂਸਰਾ ਕਹਿੰਦਾ ਨਾ ਨਾ ਇਹ ਝੂਠ ਆ ਜੀ, ਉਹ ਰੱਸੀ ਵਰਗਾ ਨਹੀਂ ਹੁੰਦਾ, ਅਤੇ ਇਹ ਗਲਤ, ਇਹਨੇ ਨਹੀਂ ਦੇਖਿਆ, ਮੈਂ ਦੇਖ ਕੇ ਆਇਆ। ਉਹ ਕਹਿੰਦਾ ਤੁਸੀਂ ਦੱਸੋ? ਉਹ ਕਹਿੰਦਾ ਜਿਹੜਾ ਹਾਥੀ ਆ ਉਹ ਥੰਮ ਵਰਗਾ ਹੁੰਦਾ ਜਿਹਦੇ ਹੱਥ 'ਚ ਉਹਦੇ ਪੈਰ ਆਏ ਸੀ। ਅਤੇ ਉਹ ਕਹਿੰਦਾ ਜੀ, ਤੀਸਰਾ ਕਹਿੰਦਾ ਨਹੀਂ ਇਹ ਵੀ ਝੂਠ ਆ, ਹਾਥੀ ਇੱਦਾਂ ਦਾ ਨਹੀਂ ਹੁੰਦਾ, ਇਹਨਾਂ ਨੇ ਦੋਵਾਂ ਨੇ ਨਹੀਂ ਦੇਖਿਆ, ਮੈਂ ਦੇਖਿਆ ਆ। ਉਹ ਕਹਿੰਦੇ ਉਹ ਕਿੱਦਾਂ? ਉਹ ਕਹਿੰਦੇ ਜੀ ਉਹ ਤਾਂ ਪੱਖੇ ਵਰਗਾ ਹੁੰਦਾ ਜਿਹਦੇ ਹੱਥ 'ਚ ਉਹਦੇ ਕੰਨ ਆਏ ਸੀ। ਸੋ ਜਿਹਦੇ ਹੱਥ 'ਚ ਹਾਥੀ ਦੀ ਜਿਹੜਾ ਹੰਗ ਆਇਆ, ਉਹਨੇ ਉਸ ਤਰੀਕੇ ਨਾਲ ਉਹਨੂੰ ਸਮਝਣਾ ਸ਼ੁਰੂ ਕਰ ਦਿੱਤਾ। ਇਹ ਹੈ ਮੱਤ ਦੀ ਗੱਲ। ਹੁਣ ਜਦੋਂ ਅਸੀਂ ਗੁਰੂ ਨਾਨਕ ਨੂੰ ਆਪਣੀ ਮੱਤ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ, ਫਿਰ ਅਸੀਂ ਆਪਣੇ ਤਰੀਕੇ ਨਾਲ, ਜੋ ਮੈਨੂੰ ਠੀਕ ਲੱਗਾ, ਜੇ ਮੈਨੂੰ ਲੱਗਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਔਰਤਾਂ ਦੇ ਹੱਕ ਦੀ ਗੱਲ ਕੀਤੀ ਆ, ਮੈਂ ਕਹੂੰਗੀ ਕਿ ਉਹ ਫੈਮਿਨਿਸਟ ਸੀਗੇ। ਕਿਸੇ ਨੂੰ ਇਹ ਲੱਗਾ ਕਿ ਉਹਨਾਂ ਨੇ ਜਾਤੀਵਾਦ ਦੇ ਵਿਰੁੱਧ ਗੱਲ ਕੀਤੀ ਆ, ਉਹਨਾਂ ਨੇ ਜਾਤੀ ਪਰੰਪਰਾ ਦੇ ਉੱਤੇ ਜਿਹੜੀ ਆ ਉਹ ਚੋਟ ਕੀਤੀ ਆ, ਤਾਂ ਉਹ ਕਹਿਣਗੇ ਕ੍ਰਾਂਤੀਕਾਰੀ ਸੀ। ਸੋ ਹਰ ਇੱਕ ਤਰੀਕੇ ਨਾਲ ਜਿਹਨੂੰ ਜੋ ਉਹਦੀ ਮੱਤ ਦੇ ਵਿੱਚ ਜਿੰਨਾ ਕੁ ਸਮਝ ਆਊਗਾ, ਉਹ ਓਨਾ ਕੁ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਸਮਝ ਸਕੂਗਾ। ਪਰ ਗੁਰੂ ਨਾਨਕ ਨੂੰ ਪੂਰੀ ਤਰ੍ਹਾਂ ਨਾਲ, ਜਦੋਂ ਆਪਾਂ ਇਹ ਕਹਿੰਦੇ ਹਾਂ ਗੁਰੂ ਨਾਨਕ ਲਈ ਧਿਆਏ, ਤਾਂ ਉਹਦਾ ਮਤਲਬ ਹੈ ਗੁਰੂ ਨਾਨਕ ਨੂੰ ਐਜ਼ ਅ ਹੋਲ ਤੁਹਾਨੂੰ ਧਿਆਉਣਾ ਪਊਗਾ। ਗੁਰੂ ਨਾਨਕ ਦੀ ਪਰਸਨੈਲਿਟੀ ਦਾ ਇੱਕ ਹਿੱਸਾ ਨਹੀਂ, ਗੁਰੂ ਨਾਨਕ ਪੂਰੀ ਤਰ੍ਹਾਂ ਨਾਲ, ਗੁਰੂ ਨਾਨਕ ਕੀ ਆ, ਕੌਣ ਆ, ਉਹ ਤੁਹਾਨੂੰ ਆਪਣੇ ਅੰਦਰ ਵਸਾਉਣੇ ਪੈਣਗੇ। ਉਸ ਲੈਵਲ 'ਤੇ ਜਾਣ ਲਈ ਤੁਹਾਨੂੰ ਮੱਤ ਕੰਮ ਨਹੀਂ ਦੇ ਸਕਦੀ, ਗੁਰਮੱਤ ਕੰਮ ਦਊਗੀ। ਔਰ ਗੁਰਮੱਤ ਜਿਹੜੀ ਆ ਉਹ ਭਗੌਤੀ ਕੋਲ ਹੈ, ਉਹ ਭਗੌਤੀ ਹੈ। ਸੋ ਭਗੌਤੀ ਜਦੋਂ ਤੁਸੀਂ ਕਹੋਗੇ ਨਾ, ਪ੍ਰਥਮ ਭਗੌਤੀ ਸਿਮਰ ਕੇ, ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਰਨ ਕਰਨਾ ਹੈ, ਆਪਣੇ ਆਪ ਨੂੰ ਇਸ ਲੈਵਲ 'ਤੇ ਲੈ ਕੇ ਜਾਣਾ ਕਿ ਜਿਹੜੀ ਤੁਹਾਡੀ ਮੱਤ ਹੈ ਉਹ ਗੁਰਮੱਤ ਵਿੱਚ ਤਬਦੀਲ ਹੋ ਜਾਏ, ਉਹ ਭਗੌਤੀ ਹੋ ਜਾਏ। ਉਦੋਂ ਤੁਸੀਂ ਗੁਰੂ ਨਾਨਕ ਨੂੰ ਸਮਝ ਸਕਦੇ ਹੋ। ਉਦੋਂ ਤੁਸੀਂ ਸਮਝ ਸਕਦੇ ਹੋ ਕਿ ਭਾਈ ਗੁਰਦਾਸ ਕਿਉਂ ਕਹਿੰਦੇ ਨੇ ਆਪ ਨਾਰਾਇਣ ਕਲਾ ਧਾਰ ਜਗ ਮੇਂ ਪਰਵਰਿਓ। ਕਿਉਂ ਕਹਿੰਦੇ ਨੇ ਕਿ ਗੁਰੂ ਨਾਨਕ ਹੀ ਨਾਰਾਇਣ ਹੈ ਜੋ ਕਲਾ ਧਾਰ ਕੇ ਇਸ ਜੱਗ 'ਚ ਆ ਗਏ। ਉਹ ਕਿਉਂ ਕਹਿੰਦੇ ਨੇ ਪਾਰ ਬ੍ਰਹਮ ਪੂਰਨ ਬ੍ਰਹਮ ਗੁਰੂ ਨਾਨਕ ਦਿਓ। ਉਹ ਕਿਉਂ ਕਹਿੰਦੇ ਨੇ ਕਿ ਪਾਰ ਬ੍ਰਹਮ ਜਿਹੜਾ ਪੂਰਨ ਬ੍ਰਹਮ ਹੈ ਉਹ ਗੁਰੂ ਨਾਨਕ ਆਪ ਹੀ ਨੇ। ਹੁਣ ਇਸ ਗੱਲ ਨੂੰ ਸਮਝਣ ਵਾਸਤੇ ਮੱਤ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਆ। ਮੱਤ ਦੇ ਨਾਲ ਸਮਝੋਗੇ ਤਾਂ ਤੁਹਾਨੂੰ ਆਪਣੇ, ਕਿਉਂਕਿ ਦੇਖੋ ਇਹ ਬੜੀ ਇੱਕ ਨੋਰਮਲ ਜੀ ਗੱਲ ਹੈ, ਬੜੀ ਇੰਪੋਰਟੈਂਟ ਵੀ ਹੈ, ਸਿੰਪਲ ਵੀ ਹੈ, ਕੰਪਲੈਕਸ ਵੀ ਹੈ। ਮੈਨੂੰ ਕੋਈ ਵੀ ਚੀਜ਼ ਅਗਰ ਮੈਂ ਦੇਖਣੀ ਹੈ ਨਾ, ਤਾਂ ਮੈਨੂੰ ਉਹ ਮੇਰੀ, ਅਗਰ ਮੈਂ ਬੋਡੀ ਦੇ ਨਾਲ ਦੇਖ ਰਹੀ ਹਾਂ, ਅੱਖਾਂ ਨਾਲ ਦੇਖ ਰਹੀ ਹਾਂ, ਕੰਨਾਂ ਨਾਲ ਸੁਣ ਰਹੀ ਹਾਂ, ਤਾਂ ਮੈਨੂੰ ਉਨੀ ਕੀ ਸਮਝ ਆਊਗੀ ਜਿੰਨੀ ਕੁ ਮੈਂ ਦੇਖ ਸਕਦੀ ਹਾਂ, ਜਿੰਨੀ ਕੁ ਮੇਰੀ ਔਕਾਤ ਹੈ ਦੇਖਣ ਦੀ। ਕੰਧ ਤੋਂ ਪਿੱਛੇ ਕੀ ਆ ਉਹ ਮੈਨੂੰ ਨਜ਼ਰ ਨਹੀਂ ਆਉਣਾ, ਕਿਉਂਕਿ ਮੇਰੀਆਂ ਅੱਖਾਂ ਦੀ ਔਕਾਤ ਨਹੀਂ। ਪਰ ਗੁਰਮੱਤ ਦੀ ਔਕਾਤ ਹੈ। ਗੁਰਮੱਤ ਜਿਹੜੀ ਹੈ ਉਹ ਜਦੋਂ ਭਗੌਤੀ ਹੋ ਜਾਂਦੀ ਤਾਂ ਫਿਰ ਉਹਦੇ ਕੋਲ ਉਹਦਾ ਜਿਹੜਾ ਦਾਇਰਾ ਹੈ ਉਹ ਬਹੁਤ ਵਿਸ਼ਾਲ ਹੋ ਜਾਂਦਾ। ਫਿਰ ਉਹ ਸਮਝ ਸਕੂਗੀ ਗੁਰਮੱਤ ਦੇ ਦਾਇਰੇ ਦੇ ਉੱਤੇ ਆ ਕੇ ਜਦੋਂ ਭਗੌਤੀ ਹੋ ਜਾਂਦੇ ਆ, ਭਗੌਤੀ ਹੋ ਕੇ ਭਾਈ ਗੁਰਦਾਸ ਜਿਹੜੇ ਆ ਉਹ ਕਹਿੰਦੇ ਨੇ ਪਾਰ ਬ੍ਰਹਮ ਪੂਰਨ ਬ੍ਰਹਮ ਗੁਰੂ ਨਾਨਕ ਦਿਓ। ਉਦੋਂ ਉਹਨਾਂ ਨੂੰ ਸਮਝ ਲੱਗਦੀ ਆ ਕਿ ਇਹ ਪੂਰਨ ਬ੍ਰਹਮ ਹੈ। ਨਹੀਂ ਤਾਂ ਬਹੁਤ ਸਾਰੇ ਉੱਥੇ ਗੁਰੂ ਨਾਨਕ ਦੇ ਆਸ-ਪਾਸ ਲੋਕ ਸੀ ਜਿਹੜੇ ਉਹਨਾਂ ਨੂੰ ਭੂਤਨਾ ਬੇਤਾਲਾ ਵੀ ਕਹਿੰਦੇ ਸੀ, ਉਹ ਉਹਨਾਂ ਦੀ ਮੱਤ ਸੀ। ਇਹ ਗੁਰਮੱਤ ਹੈ। ਸੋ ਇਸ ਕਰਕੇ ਜਿਹੜੀ ਭਗੌਤੀ ਹੈ ਉਹ ਬੇਸਿਕਲੀ ਤੁਹਾਡੀ ਗੁਰਮੱਤ ਹੋ ਜਾਂਦੀ ਆ, ਉਹ ਮੱਤ ਤੋਂ ਅੱਗੇ ਚੱਲ ਜਾਂਦੀ ਆ, ਜਿੱਥੇ ਜਾ ਕੇ ਆਪਾਂ ਗੁਰਮੱਤ ਦੇ ਵਿੱਚ ਆ ਜਾਂਦੇ ਹਾਂ। ਗੁਰਮੱਤ ਨੇ ਹੀ ਭਗਵੰਤ ਨੂੰ ਪਾਉਣਾ ਹੈ, ਇਨਸਾਨੀ ਸਰੀਰ ਦੇ ਵੱਸ ਦੀ ਖੇਡ ਨਹੀਂ ਇਹ। ਹੁਣ ਇਸ ਚੀਜ਼ ਨੂੰ ਅੱਗੇ ਅਗਰ ਆਪਾਂ ਸਮਝਣ ਲਈ ਸਾਨੂੰ ਆਪਣੇ ਜਿਹੜੀ ਸੁਰਤ ਹੈ ਉਹਨੂੰ ਉਸ ਗੁਰਮੱਤ ਦੇ ਲੈਵਲ ਦੇ ਉੱਤੇ ਲੈ ਕੇ ਜਾਣੀ ਪਊਗੀ, ਭਗੌਤੀ ਬਣਨਾ ਪਊਗਾ। ਬਿਨਾਂ ਭਗੌਤੀ ਬਣੇ ਕੋਈ ਸਾਡੇ ਕੋਲ ਵਿਕਲਪ ਹੈ ਨਹੀਂ, ਹੈ ਨਾ। ਪਾਰ ਬ੍ਰਹਮ ਗੁਰ ਸ਼ਬਦ ਹੈ ਸਤ ਸੰਗ ਨਿਵਾਸੀ। ਹੁਣ ਇੱਥੇ ਇੱਕ ਗੱਲ ਸਮਝੀਏ ਆਪਾਂ, ਪਾਰ ਬ੍ਰਹਮ ਗੁਰ ਸ਼ਬਦ ਹੈ ਸਤ ਸੰਗ ਨਿਵਾਸੀ। ਪਿਛਲੀ ਜਿਹੜੀ ਤੋਕਾ ਉਹਦੇ ਵਿੱਚ ਆਪਾਂ ਕੀ ਬੋਲ ਕੇ ਆਏ ਹਾਂ, ਪਾਰ ਬ੍ਰਹਮ ਪੂਰਨ ਬ੍ਰਹਮ ਗੁਰੂ ਨਾਨਕ ਦਿਓ, ਕਿ ਪਾਰ ਬ੍ਰਹਮ ਜਿਹੜਾ ਉਹੀ ਸ਼ਬਦ ਦੀ ਗੱਲ ਹੋ ਰਹੀ ਹੈ ਇੱਥੇ। ਔਰ ਉਹ ਸ਼ਬਦ ਜੋ ਆਪਾਂ ਕਹਿੰਦੇ ਸਥਾਪਿਤ ਹੈ, ਤਾਂ ਗੁਰੂ ਨਾਨਕ ਉਹ ਸ਼ਬਦ ਹੀ ਹੋਏ ਨਾ ਫਿਰ, ਕਿਉਂਕਿ ਜੇ ਗੁਰੂ ਨਾਨਕ ਹੀ ਪੂਰਨ ਬ੍ਰਹਮ ਹੈ ਤਾਂ ਪਾਰ ਬ੍ਰਹਮ ਜਿਹੜੇ ਹੈ ਉਹੀ, ਗੁਰ ਸ਼ਬਦ ਵੀ ਉਹੀ ਹੈ, ਤਾਂ ਫਿਰ ਸ਼ਬਦ ਹੀ ਗੁਰੂ ਨਾਨਕ ਹੋਏ ਨਾ। ਇਕੁਅਲ, ਇਹਨੂੰ ਇੱਕ ਪ੍ਰੋਪਰ ਨੋਰਮਲ ਜੀ ਇਕੁਏਸ਼ਨ ਬਣਦੀ ਆ। ਤਾਂ ਜਦੋਂ ਉਹੀ ਗੁਰੂ ਨਾਨਕ ਹੈ ਤਾਂ ਹੁਣ ਸ਼ਬਦ ਨੂੰ ਪਛਾਣਨ ਲਈ ਆਤਮਿਕ ਜੋਤ ਦਾ ਹੋਣਾ ਬਹੁਤ ਜ਼ਰੂਰੀ ਆ। ਜਦ ਤੱਕ ਸਾਡੀ ਜਿਹੜੀ ਮੱਤ ਆ ਉਹ ਭਗੌਤੀ ਨਹੀਂ ਹੋ ਜਾਂਦੀ, ਅਸੀਂ ਗੁਰੂ ਨਾਨਕ ਨੂੰ ਸਮਝਣ ਵੇਲੇ ਜਿਹੜਾ ਇਸ ਚੱਕਰ ਦੇ ਵਿੱਚ ਉਲਝੇ ਰਵਾਂਗੇ। ਜੇ ਅਸੀਂ ਮੱਤ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ, ਉਦੋਂ ਤੇ ਭਗੌਤੀ ਹੋ ਜਾਵਾਂਗੇ। ਫਿਰ ਤਾਂ ਆਪਾਂ ਸਮਝ ਲਵਾਂਗੇ ਗੁਰੂ ਨਾਨਕ
ਪੂਰਨ ਬ੍ਰਹਮ ਹੈ। ਪੂਰਨ ਬ੍ਰਹਮ ਹੋਣ ਦਾ ਮਤਲਬ ਕੀ ਆ, ਸ਼ਬਦ ਕਿਵੇਂ ਆ, ਸ਼ਬਦ ਸਥਾਪਿਤ ਕਿਵੇਂ ਆ। ਫਿਰ ਇਹ ਗੱਲਾਂ ਸਾਡੇ ਨਾਲ ਕਿਉਂਕਿ ਸਾਡੀ ਆਤਮਾ ਅਤੇ ਪਰਮਾਤਮਾ ਦੀ ਨਿਰੰਤਰਤਾ ਵੱਲ ਵੱਧ ਜਾਵਾਂਗੇ ਆਪਾਂ, ਫਿਰ ਸਮਝਣੀਆਂ ਸੌਖੀਆਂ ਆ। ਪਰ ਜਦੋਂ ਤੱਕ ਅਸੀਂ ਇਨਸਾਨੀ ਮੱਤ ਦੇ ਵਿੱਚ ਰਹਿ ਕੇ ਗੱਲ ਕਰਾਂਗੇ ਫਿਰ ਆਪਾਂ ਉਲਝਦੇ ਜਾਵਾਂਗੇ। ਉਹ ਉਲਝਣ ਕਾਹਦੀ, ਉਹੀ ਕਿ ਮੱਕਾ ਕਿਵੇਂ ਘੁੰਮਿਆ, ਕੋਈ ਪੁੱਛੂਗਾ ਕਿ 3 ਦਿਨ ਵੇਈ ਨਦੀ ਵਿੱਚ ਕੋਈ ਕਿਵੇਂ ਰਹਿ ਸਕਦਾ ਆ। ਫਿਰ ਬੀਬੀ ਰਜਨੀ ਦੇ ਉੱਤੇ ਵੀ ਅਸੀਂ ਸਵਾਲ ਕਰਾਂਗੇ। ਫਿਰ ਅਸੀਂ ਜਿਹੜੇ ਸਾਡੇ ਸ਼ਹੀਦਾਂ ਦੇ ਉੱਤੇ ਵੀ ਸਵਾਲ ਕਰਾਂਗੇ। ਇਹ ਸਵਾਲ ਉਦੋਂ ਹੁੰਦੇ ਆ ਜਦੋਂ ਅਸੀਂ ਆਪਣੀ ਮੱਤ ਦੇ ਨਾਲ ਦੇਖਦੇ ਹਾਂ, ਕਿਉਂਕਿ ਮੱਤ ਦੇ ਨਾਲ ਇੱਕ ਚੀਜ਼ ਨਾਲ ਅਟੈਚ ਹੋ ਜਾਂਦੀ ਹੈ, ਦੈਟ ਇਜ਼ ਕਾਲਡ ਈਗੋ, ਕਿ ਮੇਰੀ ਜਿਹੜੀ ਸਮਝ ਹੈ, ਜੋ ਮੈਂ ਸਮਝ ਰਿਹਾ, ਜੋ ਮੇਰੀ ਮੱਤ ਹੈ, ਉਹ ਸਰਵਪ੍ਰਿਯ ਔਰ ਸਭ ਤੋਂ ਸੰਪੰਨ ਹੈ, ਇਸ ਤੋਂ ਅੱਗੇ ਕੁਛ ਵੀ ਨਹੀਂ। ਜਦੋਂ ਅਸੀਂ ਉਸ ਲੈਵਲ 'ਤੇ ਚਲੇ ਜਾਂਦੇ ਹਾਂ ਨਾ, ਉਦੋਂ ਈਗੋ ਸਾਡੇ ਨਾਲ ਅਟੈਚ ਹੋ ਜਾਂਦੀ ਹੈ। ਹੁਣ ਈਗੋ ਨੂੰ ਮੱਤ ਤੋਂ ਡੀਅਟੈਚ ਕਰਨਾ ਉਹ ਹੈ ਗੁਰਮੱਤ ਦਾ ਕੰਮ। ਔਰ ਜਦੋਂ ਗੁਰਮੱਤ ਦੇ ਲੈਵਲ ਦੇ ਉੱਤੇ ਜਾਵਾਂਗੇ ਫਿਰ ਸਾਨੂੰ ਸਮਝ ਆਊਗੀ ਕਿ 3 ਦਿਨਾਂ ਦਾ ਖੇਡ ਕੀ ਆ। ਇਹ 3 ਦਿਨ ਹੀ ਜਿਹੜੀ ਅਧਿਆਤਮ ਦੇ ਵਿੱਚ ਇੰਨੇ ਇੰਪੋਰਟੈਂਟ ਕਿਉਂ ਹੈ, 3 ਦਿਨਾਂ ਦਾ ਗੇਮ ਕੀ ਆ। ਫਿਰ ਸਾਨੂੰ ਸਮਝ ਆਊਗੀ ਕਿ ਮੱਕਾ ਕਿੱਦਾਂ ਘੁੰਮਦਾ ਆ। ਫਿਰ ਸਾਨੂੰ ਸਮਝ ਆਊਗੀ ਕਿ ਗੁਰੂ ਨਾਨਕ ਜਿਹੜੇ ਉਹ ਇੰਨੇ ਲੰਬੀਆਂ ਜਿਹੜੀਆਂ ਵਾਟਾਂ ਆ ਉਹ ਕਿੱਦਾਂ ਤੈਅ ਕਰ ਜਾਂਦੇ ਰਹੇ ਆ। ਫਿਰ ਅਸੀਂ ਉਸ ਭਗੌਤੀ ਹੋਣ ਦੇ ਨਾਲ ਹੀ ਇਸ ਚੀਜ਼ ਨੂੰ ਅਸੀਂ ਸਮਝ ਸਕਦੇ ਹਾਂ। ਆਮ ਇਨਸਾਨ ਕਿਰਨ ਹੋਣ ਦੇ ਨਾਲ ਇਹ ਪੋਸੀਬਲ ਹੀ ਨਹੀਂ ਕਿ ਆਪਾਂ ਉਹ ਸਮਝੀਏ, ਸਿਰਫ ਅਸੀਂ ਆਪਣੀ ਇਮੈਜੀਨੇਸ਼ਨ ਦੇ ਵਿੱਚ ਲੈ ਕੇ ਜਾ ਸਕਦੇ ਹਾਂ। ਉਹਦਾ ਕਾਰਨ ਇਹ ਹੈ ਕਿ ਜਿਹੜਾ ਭਗੌਤੀ ਹੋਣਾ ਨਾ, ਉਹ ਪ੍ਰੈਕਟੀਕੈਲਿਟੀ ਦੀ ਗੱਲ ਹੈ। ਥਿਊਰੀ ਦੇ ਵਿੱਚ ਜਾਂ ਥਿਓਰੈਟੀਕਲੀ ਆਪਾਂ ਇੱਕ ਦੂਜੇ ਨਾਲ ਡਿਸਕਸ ਕਰ ਸਕਦੇ ਹਾਂ। ਮੈਂ ਤੁਹਾਡੇ ਨਾਲ ਡਿਸਕਸ ਕਰ ਸਕਦੀ ਹਾਂ, ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਕੁਝ ਚੀਜ਼ਾਂ ਸਹੀ ਹੋਣਗੀਆਂ, ਕੁਝ ਚੀਜ਼ਾਂ ਗਲਤ ਹੋਣਗੀਆਂ। ਪਰ ਜਦੋਂ ਆਪਾਂ ਪ੍ਰੈਕਟੀਕੈਲਿਟੀ ਦੇ ਵਿੱਚ ਜਾਵਾਂਗੇ ਨਾ, ਔਰ ਇਹ ਪ੍ਰੈਕਟੀਕਲ ਵਿਸ਼ਾ ਹੈ, ਅਧਿਆਤਮ ਜਿਹੜਾ ਉਹ ਪ੍ਰੈਕਟੀਕਲ ਹੈ, ਅਧਿਆਤਮ ਥਿਊਰੀ ਨਹੀਂ ਹੈ। ਪਰ ਅਸੀਂ ਹਰ ਇੱਕ ਚੀਜ਼ ਨੂੰ ਥਿਓਰੈਟੀਕਲੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਬਹੁਤ ਸਾਰੇ, ਮੈਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਕਿ ਸਵਾਲ ਆਏ ਸੀ ਜਦੋਂ ਆਪਾਂ ਵਾਹਿਗੁਰੂ ਦੀ ਗੱਲ ਕਰਦੇ ਸੀ ਜਾਂ ਇੱਕ ਓਂਕਾਰ ਦੀ ਗੱਲ ਕੀਤੀ ਸੀ। ਮੈਨੂੰ ਬਹੁਤ ਲੋਕਾਂ ਨੇ ਸਵਾਲ ਕੀਤੇ ਕਿ ਤੂੰ ਜਿਹੜਾ ਅਨਹਦ ਨਾਦ ਦੀ ਗੱਲ ਕਰਦੀ ਹੈ, ਤੂੰ ਕਦੀ ਸੁਣਿਆ, ਆਪਣੇ ਅੰਦਰ ਸੁਣਿਆ? ਹੁਣ ਇਹ ਸਵਾਲ, ਮੈਂ ਪਹਿਲਾਂ ਵੀ ਇਹ ਗੱਲ ਕਹੀ ਕਿ ਇਹ ਸਵਾਲ ਬਣਦਾ ਨਹੀਂ। ਮੈਂ ਸੁਣਿਆ ਕਿ ਨਹੀਂ ਸੁਣਿਆ, ਇਹਦੇ ਨਾਲ ਤੁਹਾਡਾ ਕੁਛ ਨਾ ਤਾਂ ਫਾਇਦਾ ਹੋਣਾ ਨਾ ਨੁਕਸਾਨ ਹੋਣਾ। ਜੇ ਮੈਂ ਸੁਣਿਆ ਹੋਊਗਾ ਕੋਈ ਫਾਇਦਾ ਨਹੀਂ, ਜੇ ਮੈਂ ਨਹੀਂ ਸੁਣਿਆ ਤਾਂ ਤੁਹਾਡਾ ਕੋਈ ਨੁਕਸਾਨ ਨਹੀਂ। ਮੇਰਾ ਫਾਇਦਾ, ਮੇਰਾ ਨੁਕਸਾਨ ਹੈ, ਕਿਉਂਕਿ ਇਹ ਮੇਰੀ ਜਰਨੀ ਆ, ਤੁਹਾਡੀ ਆਪਣੀ ਜਰਨੀ ਆ। ਇਹ ਸਾਡੀ ਸਾਰਿਆਂ ਦੀ ਇੱਕ ਭਗੌਤੀ ਹੋਣ ਦੀ ਜਰਨੀ ਆ, ਜਿਹਨੂੰ ਆਪਾਂ ਸਮਝੀਏ। ਔਰ ਆਪਾਂ ਸਿਰਫ ਇੰਨਾ ਕੁ ਦੇਖੀਏ ਕਿ ਅਨਹਦ ਨਾਦ ਦਾ ਜਿਹੜਾ ਥਿਊਰੀ ਆ ਉਹ ਇੱਕ ਦੂਜੇ ਨਾਲ ਡਿਸਕਸ ਕਰ ਲਈਏ, ਔਰ ਪ੍ਰੈਕਟੀਕੈਲਿਟੀ ਵਾਸਤੇ ਆਪਾਂ ਆਪਣੀ ਆਪਣੀ ਜਰਨੀ ਦੇ ਉੱਪਰ ਚੱਲਦੇ ਰਹੀਏ। ਹੁਣ ਉਸ ਜਰਨੀ ਨੂੰ ਪੂਰਾ ਕਰਨਾ ਗੁਰੂ ਨੇ, ਗੁਰੂ ਦੇ ਹੁਕਮ ਨੇ। ਜਿਹਨੂੰ ਉਹ ਜਿਹੜਾ ਉਹਦੇ ਮਨ ਨੂੰ ਭਾਊਗਾ ਉਹ ਉਹਨੂੰ ਆਪਣੇ ਨਾਲ ਆਪਣੀ ਉਸ ਜਰਨੀ ਦੇ ਉੱਪਰ ਲੈ ਜਾਊਗਾ, ਜਿਹੜਾ ਨਹੀਂ ਭਾਊਗਾ ਨਹੀਂ ਸਹੀ। ਸੋ ਇਹ ਸੀਗੀ ਆਪਣੀ ਗੱਲ ਕਿ ਭਗੌਤੀ ਜਿਹੜੀ ਹੈ ਉਹ ਗੁਰਮਤ ਦਾ ਨਾਮ ਹੀ ਭਗੌਤੀ ਹੈ। ਗੁਰਮਤ ਦਾ ਨਾਮ ਹੀ ਜਿਹੜਾ ਹੈ ਉਹਨੂੰ ਕਿਉਂਕਿ ਗੁਰਮਤ ਹੀ ਭਗਵੰਤ ਨੂੰ ਪਾ ਸਕਦੀ ਹੈ। ਹੁਣ ਅਗਲੀ ਗੱਲ ਆਉਂਦੀ ਹੈ ਸ਼੍ਰੀ ਭਗੌਤੀ ਜੀ ਸਹਾਏ। ਵੈਸੇ ਤਾਂ ਇਹ ਗੱਲ ਪਹਿਲਾਂ ਆਉਂਦੀ ਆ, ਕਿਉਂਕਿ ਜਦੋਂ ਆਪਾਂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗੌਤੀ ਜੀ ਸਹਾਏ, ਸੋ ਪਹਿਲੀ ਗੱਲ ਆਉਂਦੀ ਹੈ ਵੈਸੇ ਤਾਂ ਸ਼੍ਰੀ ਭਗੌਤੀ ਜੀ ਸਹਾਏ। ਪਰ ਪਹਿਲਾਂ ਭਗੌਤੀ ਹੈ ਕੀ, ਇਹ ਸਮਝਣਾ ਬੜਾ ਜ਼ਰੂਰੀ ਸੀ। ਇਸ ਕਰਕੇ ਆਪਾਂ ਜਿਹੜੀਆਂ ਬਾਅਦ ਵਿੱਚ ਸਤਰਾਂ ਆਉਂਦੀਆਂ ਆਪਾਂ ਪਹਿਲਾਂ ਡਿਸਕਸ ਕਰ ਲਈਆਂ। ਪਰ ਹੁਣ ਜਿਹੜੀ ਗੱਲ ਆ ਉਹ ਹੈ ਸ਼੍ਰੀ ਭਗੌਤੀ ਜੀ ਸਹਾਏ। ਹੁਣ ਇੱਥੇ ਨੁਕਤਾ ਜਿਹੜਾ ਹੈ ਉਹ ਸਮਝਣ ਦੀ ਲੋੜ ਆ। ਬਹੁਤ ਸਾਰੇ ਜਿਹੜੇ ਮੇਰੇ ਭੈਣ ਭਰਾ, ਦੋਸਤ ਮਿੱਤਰ ਸਾਰੇ ਉਹ ਇਹ ਪੁੱਛਦੇ ਰਹਿੰਦੇ ਆ ਕਿ ਜਿਹੜਾ ਸ਼੍ਰੀ ਭਗੌਤੀ ਆ, ਉਹ ਸ਼੍ਰੀ ਭਗੌਤੀ ਜੀ, ਇਹਦਾ ਮਤਲਬ ਆ ਕਿ ਉਹ ਦੁਰਗਾ ਦੀ ਗੱਲ ਹੋ ਰਹੀ ਆ, ਕਿਉਂਕਿ ਇਹ ਦਸਮ ਗ੍ਰੰਥ ਦੇ ਵਿੱਚੋਂ ਲਿਆ ਗਿਆ। ਮੈਂ ਬਾਰ-ਬਾਰ ਇੱਕੋ ਗੱਲ ਰਿਪੀਟ ਕਰਦੀ ਹਾਂ, ਉਹ ਇਹ ਆ ਕਿ ਸਾਡਾ ਜਿਹੜਾ ਗੁਰੂ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਕੋਈ ਅੱਖਰ ਕਿਤੋਂ ਵੀ ਲਿਆ ਆ, ਕਿਸੇ ਵੀ ਲਿਟਰੇਚਰ 'ਚੋਂ ਲਿਆ ਆ। ਤੁਸੀਂ ਇਹਦਾ ਇਹ ਦੇਖੋ ਕਿ ਤੁਹਾਡਾ ਗੁਰੂ ਕੀ ਕਹਿ ਰਿਹਾ, ਕਿ ਉਹਦਾ ਮਤਲਬ ਕੀ ਆ। ਹੁਣ ਤੁਹਾਡੇ ਗੁਰੂ ਪਾਤਸ਼ਾਹ ਇਹ ਕਹਿ ਰਹੇ ਨੇ ਕਿ ਭਗੌਤੀ ਦਾ ਮਤਲਬ ਗੁਰਮਤ ਹੈ। ਦੈਟ ਮੀਨਸ ਕਿ ਤੁਸੀਂ ਭਗੌਤੀ ਨੂੰ ਦੁਰਗਾ ਨਹੀਂ ਮੰਨ ਸਕਦੇ, ਤੁਸੀਂ ਭਗੌਤੀ ਨੂੰ ਕੋਈ ਸ਼ਸਤਰ ਨਹੀਂ ਮੰਨ ਸਕਦੇ। ਤੁਹਾਨੂੰ ਜਦੋਂ ਤੁਸੀਂ ਭਗੌਤੀ ਦੀ ਗੱਲ ਕਰੋਗੇ ਤਾਂ ਤੁਹਾਨੂੰ ਸ਼੍ਰੀ ਭਗੌਤੀ ਜੀ ਸਹਾਏ ਹੋਏ ਜਾਂ ਪ੍ਰੀਤਮ ਭਗੌਤੀ ਸਿਮਰ ਕੇ ਹੋਏ, ਕਿਸੇ ਵੀ ਤਰੀਕੇ ਨਾਲ ਜੇ ਤੁਸੀਂ ਭਗੌਤੀ ਦੀ ਗੱਲ ਆਪਾਂ ਕਰਦੇ ਹਾਂ ਤਾਂ ਉਸ ਦਾ ਮਤਲਬ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਜੋ ਦੱਸਿਆ ਆਪਾਂ ਉਹਦੀ ਹੀ ਗੱਲ ਕਰਾਂਗੇ। ਹੁਣ ਜਿੱਥੇ ਗੱਲ ਆਉਂਦੀ ਹੈ ਸ਼੍ਰੀ ਭਗੌਤੀ ਜੀ ਸਹਾਏ, ਹੁਣ ਗੁਰੂ ਪਾਤਸ਼ਾਹ ਸਾਨੂੰ ਦੱਸਦੇ ਨੇ, ਸ੍ਰੀ ਸਤਿਗੁਰ ਸੋ ਪਰਸਨ।
ਇੱਥੇ ਜਿਹੜਾ ਸ਼੍ਰੀ ਵਰਡ ਹੈ ਨਾ, ਇਹਨੂੰ ਸਮਝ ਲਈਏ, ਸ਼੍ਰੀ ਸਤਿਗੁਰ ਸੋ ਪ੍ਰਸੰਨ। ਔਰ ਇਸੇ ਤਰੀਕੇ ਨਾਲ ਹੀ ਕਾਹਨ ਸਿੰਘ ਨਾਭਾ ਜਿਹੜੇ ਨੇ ਉਹ ਸਾਨੂੰ ਸ਼੍ਰੀ ਦਾ ਮਤਲਬ ਦੱਸਦੇ ਨੇ। ਸ਼੍ਰੀ ਦਾ ਮਤਲਬ ਜਦੋਂ ਕਾਹਨ ਸਿੰਘ ਨਾਭਾ ਦੇ ਵਿੱਚੋਂ ਦੇਖੀਏ ਤਾਂ ਉਹ ਸਿਰਫ ਇੱਕ ਐਸਾ ਵਰਡ ਹੈ ਜੋ ਸੰਕੇਤਾਤਮਕ, ਆਦਰ ਦਾ ਸੰਕੇਤਾਤਮਕ ਸ਼ਬਦ ਹੈ, ਕਿਸੇ ਨੂੰ ਆਦਰ ਦੇਣਾ ਹੋਵੇ। ਹੁਣ ਇੱਥੇ ਗੱਲ ਆਉਂਦੀ ਹੈ, ਜਦੋਂ ਆਪਣੇ ਮਨ ਨੇ, ਦੇਖੋ ਇਹਨੂੰ ਆਪਾਂ ਥੋੜ੍ਹਾ ਜਿਹਾ ਅੱਗੇ ਪ੍ਰੋਪਰ ਸਮਝ ਲਈਏ। ਜਦੋਂ ਸਾਡੇ ਮਨ ਨੇ ਹਰ ਤਰੀਕੇ ਨਾਲ ਆਪਣੀ ਜਿਹੜੀ ਈਗੋ ਉਹਦੇ 'ਤੇ ਕਾਬੂ ਪਾ ਲਿਆ, ਮਤ ਗੁਰਮਤ ਹੋ ਗਈ ਅਤੇ ਉੱਥੇ ਉਹ ਭਗੌਤੀ ਹੋ ਗਈ। ਹੁਣ ਜਦੋਂ ਉਹ ਹਰ ਇੱਕ ਤਰੀਕੇ ਦੇ ਨਾਲ ਜਿਹੜੀਆਂ ਆਪਣੀਆਂ ਵਿਕਾਰਾਂ ਦੇ ਉੱਤੇ ਵੀ ਕਾਬੂ ਪਾ ਲਿਆ, ਇੰਦਰੀਆਂ ਨੂੰ ਸਾਧ ਲਿਆ, ਕਿਉਂਕਿ ਸਾਧ ਜਿਹੜਾ ਹੁੰਦਾ ਹੈ ਨਾ, ਉਹ ਸਾਧ ਕਿਸੇ ਇਨਸਾਨ ਨੂੰ ਦੇ ਲਈ ਨਹੀਂ ਵਰਤਿਆ ਜਾਂਦਾ। ਇਹ ਆਪਣੀ ਪ੍ਰੋਬਲਮ ਆ, ਇਹ ਸਾਡੀ ਗਲਤੀ ਆ ਕਿ ਅਸੀਂ ਸਾਧ ਨੂੰ ਉਸੇ ਤਰੀਕੇ ਨਾਲ ਵਰਤਿਆ ਜਿਸ ਤਰੀਕੇ ਨਾਲ ਹਿੰਦੂ ਕਲਚਰ ਦੇ ਵਿੱਚ ਵਰਤਿਆ ਜਾਂਦਾ ਸੀ ਸਾਧੂ। ਆਪਾਂ ਉਸੇ ਤਰੀਕੇ ਨਾਲ ਸਾਧ ਵਰਤਣਾ ਸ਼ੁਰੂ ਕਰਤਾ। ਵੈਸੇ ਇਹ ਵੀ ਇੱਕ ਮੈਂ ਗੱਲ ਕਲੀਅਰ ਕਰਦੀ ਜਾਵਾਂ ਕਿ ਜਿਹੜੇ ਹਿੰਦੂ ਕਲਚਰ ਦੇ ਵਿੱਚ, ਹਿੰਦੂ ਨਹੀਂ ਮੈਂ ਕਹੂੰਗੀ, ਸਨਾਤਨ ਪਰੰਪਰਾ ਦੇ ਵਿੱਚ ਜੋ ਸਾਧੂ ਦੀ ਡੈਫੀਨੇਸ਼ਨ ਹੈ ਨਾ, ਉਹ ਵੀ ਉਹ ਡੈਫੀਨੇਸ਼ਨ ਨਹੀਂ ਜੋ ਬਹੁਤਾਤ ਦੇ ਵਿੱਚ ਹਿੰਦੂ ਭੈਣ ਭਰਾ ਜਿਹੜੇ ਆ ਉਹ ਸਮਝਦੇ ਆ। ਉਹ ਡੈਫੀਨੇਸ਼ਨ ਨਹੀਂ ਹੈ। ਸਾਧੂ ਦਾ ਮਤਲਬ ਬਹੁਤ ਵੱਡਾ ਹੁੰਦਾ ਹੈ। ਸਾਧੂ ਇੱਕ ਪਦਵੀ ਹੈ। ਸਾਧੂ ਹੋ ਜਾਣਾ ਇੱਕ ਪਦਵੀ ਆ। ਕਿਸੇ ਨੇ ਇੱਕ ਸਪੈਸੀਫਿਕ ਰੰਗ ਦੇ ਕੱਪੜੇ ਪਾ ਲਏ ਜਾਂ ਕਿਸੇ ਨੇ ਇੱਕ ਸਪੈਸੀਫਿਕ ਰੰਗ ਦੀਆਂ ਆਪਣੇ ਹੱਥ ਦੇ ਵਿੱਚ ਕੋਈ ਚੀਜ਼ਾਂ ਲੈ ਲਈਆਂ ਔਰ ਇੱਕ ਸਪੈਸੀਫਿਕ ਤਰ੍ਹਾਂ ਦਾ ਉਹਨਾਂ ਦਾ ਇੱਕ ਨਾਅਰਾ ਹੋ ਗਿਆ, ਤਾਂ ਆਪਾਂ ਉਹਨਾਂ ਨੂੰ ਸਾਧੂ ਨਹੀਂ ਕਹਿ ਸਕਦੇ ਜਾਂ ਆਪਾਂ ਉਹਨਾਂ ਨੂੰ ਸਾਧ ਨਹੀਂ ਕਹਿ ਸਕਦੇ। ਸਾਧ ਦਾ ਮਤਲਬ ਹੁੰਦਾ ਹੈ ਜਿਹਨੇ ਆਪਣਾ ਅੰਦਰ ਸਾਧ ਲਿਆ, ਜਿਹਨੇ ਆਪਣੀ ਕੌਨਸ਼ੀਅਸਨੈਸ ਸਾਧ ਲਈ। ਸਾਧ ਦਾ ਮਤਲਬ ਕਿੱਦਾਂ? ਸਾਧ ਦਾ ਉਹਦਾ ਮਤਲਬ ਹੈ ਕਿ ਜਿਹਨੇ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰ ਲਿਆ, ਜਿਸ ਦੀਆਂ ਇੰਦਰੀਆਂ ਦੇ ਉੱਤੇ ਉਹਦਾ ਵੱਸ ਹੋ ਗਿਆ, ਜੋ ਮਨ ਜੀਤੇ ਜਗਜੀਤ ਹੋ ਗਿਆ, ਜਿਹਨੇ ਆਪਣਾ ਮਨ ਜਿੱਤ ਲਿਆ, ਉਹ ਸਾਧ ਹੁੰਦਾ ਆ। ਹੁਣ ਉਹਦੇ ਵਿੱਚ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਬੰਦਾ ਜਿਸ ਨੇ ਇਹਨਾਂ 5 ਵਿਕਾਰਾਂ ਦੇ ਉੱਤੇ ਕਾਬੂ ਪਾ ਲਿਆ। ਇਹ ਜਿਹੜੇ ਇਹ 5 ਵਿਕਾਰ ਨੇ, ਇਹ ਵਿਕਾਰ ਕਿਉਂ ਨੇ? ਕਿਉਂਕਿ ਇਹ ਬੰਦੇ ਨੂੰ ਚਲਾਉਂਦੇ ਨੇ। ਹੁਣ ਜਿੱਥੇ ਜਾ ਕੇ ਇਹ ਗੇਮ ਫਲਿੱਪ ਕਰਦੀ ਆ, ਜੋ ਇਨਸਾਨ ਇਹਨਾਂ 5 ਵਿਕਾਰਾਂ ਦੇ ਅਕੋਰਡਿੰਗ ਨਾ ਚੱਲੇ ਬਲਕਿ ਇਹਨਾਂ ਨੂੰ ਆਪਣੇ ਅਕੋਰਡਿੰਗ ਚਲਾਉਣਾ ਸ਼ੁਰੂ ਕਰ ਦੇ, ਉਹਨੇ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ, ਉਹਨੇ ਆਪਣੀਆਂ ਇੰਦਰੀਆਂ ਨੂੰ ਸਾਧ ਲਿਆ, ਉਹਨੇ ਆਪਣੀ ਕੌਨਸ਼ੀਅਸਨੈਸ ਨੂੰ ਸਾਧ ਲਿਆ। ਉਸ ਬੰਦੇ ਨੂੰ ਆਪਾਂ ਕਹਿੰਦੇ ਹਾਂ ਸਾਧ। ਔਰ ਗੁਰੂ ਪਾਤਸ਼ਾਹ ਕਹਿੰਦੇ ਨੇ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਕਿ ਸਾਧ ਤੇ ਪ੍ਰਭ ਦੇ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਔਰ ਸਾਰੀ ਗੁਰਬਾਣੀ ਜਿਹੜੀ ਹੈ ਉਹ ਆਤਮਾ ਤੇ ਪਰਮਾਤਮਾ ਦੀ ਨਿਰੰਤਰਤਾ ਦੀ ਗੱਲ ਕਰਦੀ ਹੈ। ਸਾਡੀ ਜਿਹੜੀ ਹਰ ਇੱਕ ਜਿਹੜਾ ਰਿਲੀਜਨ ਆ ਉਹ ਬਹੁਤ ਆਪਣੇ ਆਪ 'ਚ ਜਿਹੜੇ ਉਹਨਾਂ ਨੂੰ ਮੰਨਦੇ ਆ ਉਹ ਸਤਿਕਾਰਯੋਗ ਆ। ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ, ਬਿਲਕੁਲ ਸੱਚ ਆ। ਪਰ ਹਰ ਇੱਕ ਦੇ ਵਿੱਚ ਨਾ ਇੱਕ ਜਿਹੜਾ ਉਹ ਇੱਕ ਸਿਸਟਮ ਹੈ ਕਿ ਜਿਹੜਾ ਇੱਕ ਮਾਸਟਰ, ਇੱਕ ਸਰਵੈਂਟ ਆ। ਜਿਹੜਾ ਸਿੱਖੀ ਦੇ ਵਿੱਚ ਜਿਹੜੀ ਉਹਦੀ ਖੂਬਸੂਰਤੀ ਹੈ ਨਾ, ਉਹ ਇਹ ਹੈ ਕਿ ਗੁਰੂ ਪਾਤਸ਼ਾਹ ਸਾਨੂੰ ਉਸੇ ਹੀ ਜੋ ਮਾਸਟਰ ਹੈ, ਜਿਹਨੂੰ ਕਹਿੰਦੇ ਆ, ਤੁਹਾਨੂੰ ਦੱਸਦੇ ਆ ਕਿ ਤੁਹਾਡੇ ਕੋਲ ਰਸਤਾ ਹੈ ਉੱਥੋਂ ਤੱਕ ਜਾਣ ਦਾ। ਔਰ ਦੇਰ ਇਜ਼ ਨੋ ਮਾਸਟਰ, ਦੇਰ ਇਜ਼ ਨੋ ਸਰਵੈਂਟ। ਇਹੋ ਜਿਹੀ ਕੋਈ ਗੱਲ ਨਹੀਂ। ਇੱਕ ਆਤਮਾ ਹੈ, ਇੱਕ ਪਰਮਾਤਮਾ ਹੈ, ਔਰ ਦੋਵਾਂ ਦੀ ਨਿਰੰਤਰਤਾ ਚੱਲਦੀ ਰਹਿੰਦੀ ਆ। ਉਸ ਨਿਰੰਤਰਤਾ ਨੂੰ ਖੋਜਣਾ ਹੁੰਦਾ ਆ ਤੁਸੀਂ। ਸੋ ਜਿਸ ਵੇਲੇ ਤੁਹਾਡੀ ਮਤ ਜੋ ਗੁਰਮਤ ਬਣ ਗਈ ਸੀ, ਜਦੋਂ ਉਸਨੇ ਗੁਰਮਤ ਦੇ ਉੱਤੇ ਚੱਲਦੇ ਹੋਏ ਤੁਹਾਡੀ ਕੌਨਸ਼ੀਅਸਨੈਸ ਨੂੰ ਤੁਸੀਂ ਸਾਧ ਲਿਆ, ਤੁਸੀਂ ਸਾਧ ਹੋ ਗਏ, ਉਦੋਂ ਤੁਹਾਡੇ ਤੇ ਪ੍ਰਭ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਉੱਥੇ ਜਾ ਕੇ ਸ਼੍ਰੀ ਭਗੌਤੀ ਹੋ ਜਾਂਦੇ ਆ। ਹੁਣ ਇਹਨੂੰ ਇਸ ਤਰੀਕੇ ਨਾਲ ਸਮਝ ਲਈਏ ਕਿ ਬਹੁਤ ਸਾਰੀਆਂ ਨਦੀਆਂ, ਅਗਰ ਇੱਕ ਨਦੀ ਹੈ, ਉਹ ਇੱਕ ਸਮੁੰਦਰ ਦੇ ਵਿੱਚ ਮਿਲ ਜਾਏ ਤਾਂ ਹੁਣ ਉਹ ਹੈ ਤਾਂ ਉਹ ਨਦੀ ਸੀ, ਪਰ ਉਹ ਸਮੁੰਦਰ 'ਚ ਮਿਲ ਗਈ ਨਾ, ਤਾਂ ਹੁਣ ਉਹਦਾ ਵਜੂਦ ਕੀ ਹੋ ਗਿਆ? ਉਹ ਸਮੁੰਦਰ ਹੋ ਗਈ। ਜਦੋਂ ਤੁਹਾਡੀ ਮੱਤ ਜਿਹੜੀ ਆ ਉਹ ਇਸ ਲੈਵਲ 'ਤੇ ਪਹੁੰਚ ਜਾਏ ਕਿ ਉਹ ਸਾਧ ਹੋ ਜਾਏ, ਜਿਹਦਾ ਪ੍ਰਭ ਦੇ ਨਾਲ ਭੇਦ ਨਹੀਂ, ਇਹਦਾ ਮਤਲਬ ਉਹ ਪ੍ਰਭ ਦੇ ਵਿੱਚ ਲੀਨ ਹੋ ਗਈ, ਤਾਂ ਉਸ ਟਾਈਮ ਦੇ ਉੱਤੇ ਫਿਰ ਉਹ ਪ੍ਰਭ, ਉਹਨੂੰ ਬੇਸ਼ੱਕ ਉਹ ਸੀਗੀ ਨਦੀ, ਪਰ ਹੁਣ ਉਹ ਸਮੁੰਦਰ ਦੇ ਵਿੱਚ ਮਿਲ ਗਈ ਆ। ਹੁਣ ਉਹਨੂੰ ਸਮੁੰਦਰ ਹੀ ਕਿਹਾ ਜਾਊਗਾ। ਇਸ ਕਰਕੇ ਉਹ ਸ਼੍ਰੀ ਭਗੌਤੀ ਹੀ ਹੋਊਗਾ। ਭਗੌਤੀ ਸੀ, ਪਰ ਜਦੋਂ ਉਹ ਆਤਮਾ ਤੇ ਪਰਮਾਤਮਾ ਦੀ ਨਿਰੰਤਰਤਾ ਜਿਹੜੀ ਹੈ ਉਹ ਕਾਇਮ ਹੋ ਗਈ ਔਰ ਉਹ ਉਸ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਗਿਆ। ਉਹਦਾ ਹੀ ਇੱਕ, ਬੇਸ਼ੱਕ ਆਪਾਂ ਸਾਰੇ ਹੀ ਇੱਕ ਪਾਰਟ ਆ ਉਹਦਾ, ਪਰ ਜਦੋਂ ਉਹ ਉਹਦੇ ਵਿੱਚ ਲੀਨ ਹੋ ਗਿਆ, ਉਹ ਜਿੱਥੋਂ ਆਇਆ ਸੀ ਉੱਥੇ ਚਲਾ ਗਿਆ, ਉਸ ਟਾਈਮ ਦੇ ਉੱਤੇ ਜਾ ਕੇ ਆਪਾਂ ਉਹਨੂੰ ਕਹਾਂਗੇ ਸ਼੍ਰੀ ਭਗੌਤੀ। ਹੁਣ ਇਸ ਚੀਜ਼ ਨੂੰ ਆਪਾਂ ਇੰਝ ਸਮਝ ਲਈਏ ਕਿ ਉਸੇ ਹੀ ਮੱਤ ਨੂੰ ਕਿਹਾ ਗਿਆ ਹੈ ਜੋ ਗੁਰਮਤ ਬਣੀ ਸੀ, ਔਰ ਗੁਰਮਤ ਤੋਂ ਬਾਅਦ ਉਹ ਸਾਧ ਹੋ ਕੇ ਉਸ ਇੱਕ ਜਿਹੜੀ
ਜਿਹੜਾ ਸ਼ਬਦ ਰੂਪ ਵਿੱਚ ਸਥਾਪਿਤ ਪਰਮਾਤਮਾ ਹੈ ਉਹਦੇ ਨਾਲ ਲੀਨ ਹੋ ਗਈ, ਆਪਾਂ ਉਹਨੂੰ ਸਮਝ ਲਈਏ ਸ਼੍ਰੀ ਭਗਵਤੀ, ਜਾਂ ਆਪਾਂ ਪਰਮਾਤਮਾ ਨੂੰ ਹੀ ਸਮਝ ਲਈਏ ਕਿ ਇਹੀ ਸ਼੍ਰੀ ਭਗਵਤੀ ਆ। ਉਸ ਸ਼੍ਰੀ ਭਗਵਤੀ ਦੀ ਗੱਲ ਹੋਈ ਆ। ਇੱਥੇ ਸਿਰਫ ਇੰਨੀ ਕੁ ਗੱਲ ਸਮਝਣੀ ਬਹੁਤ ਜ਼ਰੂਰੀ ਸੀ। ਹੁਣ ਜਦੋਂ ਆਪਾਂ ਇਹ ਕਹਿੰਦੇ ਆ ਨਾ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਤਾਂ ਸਹਾਏ ਕਿੰਨੇ ਹੋਣਾ? ਪਰਮਾਤਮਾ ਨੇ, ਜੋ ਕਿ ਸ਼੍ਰੀ ਭਗਵਤੀ ਹੈ। ਸੋ ਇੱਥੇ ਜਿਹੜਾ ਸ਼੍ਰੀ ਭਗਵਤੀ ਆ, ਉਹ ਮੈਂ ਜਿਵੇਂ ਪਹਿਲਾਂ ਕਹਿ ਕੇ ਹਟੀ ਹਾਂ ਕਿ ਉਹ ਪਰਮਾਤਮਾ ਦੀ ਗੱਲ ਕਰ ਲਈਏ, ਜਾਂ ਬੇਸ਼ੱਕ ਉਸ ਸਮੁੰਦਰ ਦੀ ਗੱਲ ਕਰੀਏ, ਜਾਂ ਉਸ ਨਦੀ ਦੀ ਗੱਲ ਕਰੀਏ ਜੋ ਸਮੁੰਦਰ ਦੇ ਵਿੱਚ ਲੀਨ ਹੋ ਗਈ ਆ, ਪਰ ਹੁਣ ਹੈ ਤਾਂ ਉਹ ਸਮੁੰਦਰ ਹੀ। ਸੋ ਦੋਨਾਂ ਹੀ ਕੇਸਿਸ ਦੇ ਵਿੱਚ ਉਹ ਸਮੁੰਦਰ ਦੀ ਹੀ ਗੱਲ ਹੋ ਰਹੀ ਆ, ਉਹ ਪਰਮਾਤਮਾ ਦੀ ਹੀ ਗੱਲ ਹੋ ਰਹੀ ਆ। ਸੋ ਸ਼੍ਰੀ ਭਗਵਤੀ ਜੀ ਸਹਾਏ, ਸਹਾਏ ਕਿੰਨੇ ਹੋਣਾ? ਪਰਮਾਤਮਾ ਨੇ, ਕਿ ਉਹ ਸਹਾਏ ਹੋਵੇ। ਪਰ ਜਦੋਂ ਆਪਾਂ ਅੱਗੇ ਗੱਲ ਕਰਦੇ ਹਾਂ, ਫਿਰ ਕਹਿੰਦੇ ਪ੍ਰਥਮ ਭਗਵਤੀ ਸਿਮਰ ਕੇ। ਇੰਨੀ ਕੁ ਗੱਲ ਸਮਝਣੀ ਆ ਕਿ ਜਦੋਂ ਆਪਾਂ ਪ੍ਰਥਮ ਭਗਵਤੀ ਸਿਮਰ ਕੇ, ਤੇ ਉੱਥੇ ਆਪਾਂ ਸ਼੍ਰੀ ਭਗਵਤੀ ਨਹੀਂ ਕਿਹਾ, ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਅੰਦਰ ਇਹ ਸਿਮਰਨਾ ਪਊਗਾ, ਇਹ ਧਿਆਨ ਰੱਖਣਾ ਪਊਗਾ ਕਿ ਮੈਂ ਗੁਰੂ ਨਾਨਕ ਦਾ ਨਾਮ ਲੈਣ ਲੱਗੀ ਹਾਂ। ਅਤੇ ਗੁਰੂ ਨਾਨਕ ਦਾ ਨਾਮ ਲੈਣ ਤੋਂ ਪਹਿਲਾਂ, ਗੁਰੂ ਨਾਨਕ ਨੂੰ ਧਿਆਉਣ ਤੋਂ ਪਹਿਲਾਂ, ਮੈਨੂੰ ਇਸ ਗੱਲ ਦੇ ਉੱਤੇ, ਇਸ ਕੌਨਸ਼ੀਅਸਨੈਸ 'ਤੇ ਆਉਣਾ ਪਊਗਾ ਕਿ ਇਸ ਗੁਰੂ ਨਾਨਕ ਦੀ ਹਸਤੀ ਨੂੰ ਸਮਝਣ ਲਈ, ਧਿਆਉਣ ਲਈ, ਮੈਨੂੰ ਕਿਰਨਪ੍ਰੀਤ ਕੌਰ ਹੋਣ ਦਾ ਜਿਹੜਾ ਉਹ ਜੋ ਵੀ ਇਹਦੇ ਨਾਲ ਅਟੈਚਡ, ਚਾਹੇ ਉਹ ਮੋਹ ਹੈ, ਚਾਹੇ ਉਹ ਲੋਭ ਹੈ, ਉਹ ਸਾਰੇ ਨੂੰ ਡਿਲੀਟ ਕਰਕੇ ਆਪਣੀ ਮੱਤ ਨੂੰ ਗੁਰਮਤ ਭਗਵਤੀ ਬਣਾ ਕੇ ਫਿਰ ਗੁਰੂ ਨਾਨਕ ਨੂੰ ਧਿਆਉਣਾ ਹੈ। ਔਰ ਇਸ ਸਾਰੇ ਦੇ ਵਿੱਚ ਸਹਾਈ ਕੌਣ ਹੋਊਗੇ? ਸ਼੍ਰੀ ਭਗਵਤੀ। ਸੋ ਗੱਲ ਸਿਰਫ ਇੰਨੀ ਕੀ ਆ, ਆਪਾਂ ਇੰਨੀ ਕੀ ਚੀਜ਼ ਸਮਝ ਲਈਏ ਤਾਂ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਜਿਹੜੀਆਂ ਗੱਲਾਂ ਉਹ ਕਲੀਅਰ ਹੋ ਜਾਣਗੀਆਂ। ਹੁਣ ਇੰਨੀ ਗੱਲ ਕਹਿੰਦੇ ਹੋਏ, ਜਿਹੜਾ ਭਗਵਤੀ ਔਰ ਸ਼੍ਰੀ ਭਗਵਤੀ ਦੀ ਮੈਂ ਗੱਲ ਆਪਣੇ ਵੱਲੋਂ ਮੈਂ ਇੱਥੇ ਵਿਰਾਮ ਦਊਂਗੀ, ਕਿਉਂਕਿ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਮੈਨੂੰ ਸਮਝ ਆਉਂਦੀ ਆ, ਜਿੰਨੀ ਕੁ ਵੀ ਸਮਝ ਆਉਂਦੀ ਆ, ਘੱਟ ਵੱਧ ਗਲਤ ਸਹੀ ਪਤਾ ਨਹੀਂ, ਪਰ ਜੋ ਵੀ ਮੈਨੂੰ ਗੁਰੂ ਪਾਤਸ਼ਾਹ ਦੇ ਹੁਕਮ ਦੇ ਨਾਲ ਜਾਂ ਉਹਨਾਂ ਦੇ ਚਰਨਾਂ 'ਚ ਬੈਠ ਕੇ ਜੋ ਸਮਝ ਆਉਂਦੀ, ਮੈਂ ਤੁਹਾਡੇ ਨਾਲ ਡਿਸਕਸ ਕਰ ਲਿਆ। ਤੁਹਾਨੂੰ ਲੱਗੇ ਕਿ ਇਹਦੇ ਵਿੱਚ ਕੁਝ ਹੋਰ ਐਡ ਹੋਣਾ ਬਹੁਤ ਜ਼ਰੂਰੀ ਆ, ਜਾਂ ਮੈਂ ਕੁਝ ਗਲਤ ਕਿਹਾ ਹੈ, ਤਾਂ ਮੈਨੂੰ ਤੁਸੀਂ ਜ਼ਰੂਰ ਲਿਖ ਕੇ ਦੱਸਿਓ। ਮੈਂ ਉਹਦੇ ਉੱਤੇ ਕੰਮ ਕਰਨ ਦੀ ਅੱਗੇ ਹੋਰ ਕੋਸ਼ਿਸ਼ ਕਰੂੰਗੀ, ਜਾਂ ਅਗਰ ਉਹ ਲੱਗਾ ਕਿ ਇਹਦੇ ਵਿੱਚ ਕੁਝ ਐਡ ਕਰਨ ਵਾਲਾ, ਤਾਂ ਫਿਰ ਮੈਂ ਪ੍ਰੋਗਰਾਮ ਦੇ ਵਿੱਚ ਐਡ ਜ਼ਰੂਰ ਕਰੂੰਗੀ। ਸੋ ਇਹ ਇੱਕ ਮੇਰੀ ਬੇਨਤੀ ਹੈ ਕਿ ਜਦੋਂ ਆਪਾਂ ਭਗਵਤੀ ਦੀ ਗੱਲ ਕਰਨੀ ਆ ਹੁਣ ਤੋਂ ਕਦੀ ਵੀ, ਤਾਂ ਸਭ ਤੋਂ ਪਹਿਲਾਂ ਜਦੋਂ ਆਪਾਂ ਇਹ ਸੋਚ ਦੇਖ ਲਿਆ ਕਿ ਇੱਕ ਓੰਕਾਰ ਬੋਲਦੇ ਹਾਂ ਦਿਮਾਗ 'ਚ ਜਾਂ ਦਿਲ 'ਚ ਜਾਂ ਉਸ ਕੌਨਸ਼ੀਅਸਨੈਸ ਦੇ ਵਿੱਚ ਕੀ ਆਉਣਾ ਚਾਹੀਦਾ, ਵਾਹਿਗੁਰੂ ਕਹਿੰਦੇ ਆ ਸਾਡੇ ਕੌਨਸ਼ੀਅਸਨੈਸ ਵਿੱਚ ਕੀ ਆਉਣਾ ਚਾਹੀਦਾ, ਵਾਹਿਗੁਰੂ ਜੀ ਕੀ ਫਤਿਹ, ਫਿਰ ਅੱਗੇ ਆਉਂਦਾ ਸ਼੍ਰੀ ਭਗਵਤੀ ਜੀ ਸਹਾਏ। ਸਭ ਤੋਂ ਪਹਿਲਾਂ ਜਦੋਂ ਸ਼੍ਰੀ ਭਗਵਤੀ ਜੀ ਸਹਾਏ, ਤਾਂ ਵਾਕਈ ਆਪਣੀ ਕੌਨਸ਼ੀਅਸਨੈਸ ਨੂੰ ਇਹ ਅਹਿਸਾਸ ਕਰਵਾਇਓ ਕਿ ਤੂੰ ਉਸ ਅਕਾਲ ਪੁਰਖ ਜਿਹਦਾ ਰੂਪ ਨਹੀਂ, ਰੰਗ ਨਹੀਂ, ਉਸ ਪਰਮ ਭਗਵਤੀ, ਉਸ ਪਰਮ ਗਿਆਨ ਦੀ ਜਿਹੜੀ ਹੈ ਉਹ ਤੂੰ ਸਹਾਇਤਾ ਮੰਗ ਰਿਹਾ। ਮਨ ਤੂੰ ਉਸ ਪਰਮ ਗਿਆਨ ਦੀ ਸਹਾਇਤਾ ਮੰਗ ਰਿਹਾ, ਔਰ ਉਹ ਤੇਰੇ ਸਹਾਈ ਹੋਣੇ ਸਾਰੀ ਜਿਹੜੀ ਜਰਨੀ ਆ ਉਹਦੇ ਵਾਸਤੇ। ਔਰ ਉਸ ਤੋਂ ਬਾਅਦ ਜਦੋਂ ਆਪਾਂ ਕਹਾਂਗੇ ਪ੍ਰਥਮ ਭਗਵਤੀ ਸਿਮਰ ਕੇ, ਉਦੋਂ ਦਿਮਾਗ ਦੇ ਵਿੱਚ ਇਹ ਆਉਣਾ ਚਾਹੀਦਾ, ਤੁਹਾਡੀ ਕੌਨਸ਼ੀਅਸਨੈਸ ਦੇ ਵਿੱਚ ਇਹ ਆਉਣਾ ਚਾਹੀਦਾ ਕਿ ਹੁਣ ਪ੍ਰਥਮ ਭਗਵਤੀ ਸਿਮਰ ਕੇ ਆਪਣੇ ਆਪ ਨੂੰ ਇੱਕ ਦਸਤਕ ਹੈ ਕਿ ਆਪਣੇ ਅੰਦਰ ਦੀ ਜਿਹੜੀ ਭਗਵਤੀ ਹੈ, ਜੋ ਗੁਰਮਤ ਹੈ, ਉਸ ਨੂੰ ਸਿਮਰ। ਕਿਉਂਕਿ ਉਸ ਤੋਂ ਬਾਅਦ ਹੀ ਜਦੋਂ ਤੇਰੇ ਕੋਲ ਭਗਵਤੀ ਹੈ, ਆਪਣੇ ਮਨ ਨੂੰ ਕਹੋ ਕਿ ਜਦੋਂ ਤੂੰ ਗੁਰਮਤ ਵਾਲਾ ਹੋ ਗਿਆ, ਜਦੋਂ ਤੂੰ ਗੁਰਮਤ ਹੋ ਗਿਆ, ਭਗਵਤੀ ਹੋ ਗਿਆ, ਫਿਰ ਹੀ ਤੂੰ ਗੁਰੂ ਨਾਨਕ ਲਈ ਧਿਆਏ, ਫਿਰ ਗੁਰੂ ਨਾਨਕ ਨੂੰ ਧਿਆ ਸਕਦਾ। ਉਸ ਤੋਂ ਪਹਿਲਾਂ ਗੁਰੂ ਨਾਨਕ ਨੂੰ ਧਿਆਉਣਾ ਪੋਸੀਬਲ ਨਹੀਂ। ਗੁਰੂ ਨਾਨਕ ਦੀ ਇੱਕ ਜਿਹੜਾ ਹਿੱਸਾ ਉਹਨੂੰ ਤਾਂ ਤੁਸੀਂ ਧਿਆ ਸਕਦੇ ਹੋ, ਇਹ ਕਹਿ ਸਕਦੇ ਹਾਂ ਆਹ ਚੀਜ਼ ਠੀਕ ਆ, ਜਾਂ ਸਵਾਲਾਂ ਜਵਾਬਾਂ ਦੇ ਘੇਰੇ 'ਚ ਫਸ ਸਕਦੇ ਹੋ, ਪਰ ਪ੍ਰੋਪਰ ਗੁਰੂ ਨਾਨਕ ਨੂੰ ਜੋ ਸ਼ਬਦ ਰੂਪ ਹੈ, ਜੋ ਬ੍ਰਹਮ ਰੂਪ ਹੈ, ਉਹਨਾਂ ਨੂੰ ਆਪਣੇ ਅੰਦਰ ਲੈ ਆਉਣਾ, ਉਹਨਾਂ ਨੂੰ ਸਿਮਰ ਲੈਣਾ, ਉਹਨਾਂ ਨੂੰ ਧਿਆ ਲੈਣਾ, ਉਹ ਉਸੇ ਵੇਲੇ ਉਦੋਂ ਹੀ ਪੋਸੀਬਲ ਹੋਊਗਾ ਜਦੋਂ ਪਹਿਲਾਂ ਸਾਡੀ ਮੱਤ ਭਗਵਤੀ ਹੋ ਜਾਊਗੀ। ਉਸ ਤੋਂ ਬਿਨਾਂ ਪੋਸੀਬਲ ਨਹੀਂ। ਅਗੇਨ ਇੱਕ ਗੱਲ ਬੋਲ ਰਹੀ ਹਾਂ ਕਿ ਇਹ ਜੋ ਕੁਝ ਵੀ ਆਪਾਂ ਡਿਸਕਸ ਕਰ ਰਹੇ ਹਾਂ, ਇਹ ਥਿਓਰੈਟੀਕਲ ਹੈ। ਅਗਰ ਇਸ ਦੀ ਸਾਰਥਕਤਾ ਦੇਖਣੀ ਹੋਵੇ ਤਾਂ ਉਹ ਫਿਰ ਪ੍ਰੈਕਟੀਕਲ ਰਸਤਾ ਆ, ਉਹ ਪ੍ਰੈਕਟੀਕੈਲਿਟੀ ਵਿੱਚ ਆਊਗਾ, ਪ੍ਰੈਕਟੀਕਲ ਕਰਨਾ ਪਊਗਾ, ਕਿਉਂਕਿ ਅਧਿਆਤਮ ਪ੍ਰੈਕਟੀਕਲ ਹੈ, ਅਧਿਆਤਮ ਥਿਓਰੈਟੀਕਲ ਨਹੀਂ ਹੁੰਦਾ। ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਇਹਨੂੰ ਬਹੁਤਾਤ ਦੇ ਵਿੱਚ ਅਸੀਂ ਇਹਨੂੰ ਥਿਓਰੈਟੀਕਲੀ ਕਰਦੇ ਹਾਂ। ਜਦੋਂ ਸਾਡੇ ਥਿਓਰੈਟੀਕਲੀ ਕਰਨ ਦੇ ਨਾਲ ਸਾਡੇ ਪੱਲੇ ਕੁਝ ਪੈਂਦਾ ਨਹੀਂ ਨਾ, ਫਿਰ ਆਪਾਂ ਕਹਿੰਦੇ ਹਾਂ ਕਿ ਸਭ ਝੂਠ ਆ, ਰੱਬ ਕਦੀ ਕਿਸੇ ਨੇ ਵੇਖਿਆ ਹੀ ਨਹੀਂ, ਰੱਬ 24 ਘੰਟੇ ਵਰਤ ਰਿਹਾ ਆ। ਸਿਰਫ ਸਾਨੂੰ ਸਮਝਣ ਦੀ ਲੋੜ ਆ, ਸਿਰਫ ਸਾਨੂੰ ਭਗਵਤੀ ਹੋਣ ਤੱਕ ਦੀ ਲੋੜ ਆ। ਭਗਵਤੀ ਹੋ ਗਏ ਉਸ ਤੋਂ ਬਾਅਦ ਤਾਂ ਆਪਣੇ ਆਪ ਤੁਹਾਡੀ ਜਿਹੜੀ ਵਾਗਡੋਰ ਆ ਉਹ ਗੁਰੂ ਨੇ ਆਪਣੇ ਹੱਥ 'ਚ ਲੈ ਲੈਣੀ ਆ।
ਫਿਰ ਸਾਰਾ ਕੁਝ ਅੱਗੇ ਠੀਕ ਹੀ ਠੀਕ ਆ। ਹੁਣ ਮੇਰੇ ਟਾਈਮ ਜਿਹੜਾ ਹੈ ਉਹ ਹੋ ਰਿਹਾ, ਮੈਨੂੰ ਨਹੀਂ ਲੱਗਦਾ ਕਿ ਅਗਲਾ ਸਵਾਲ ਮੈਂ ਲੈ ਸਕੂੰਗੀ, ਇੰਨਾ ਸਮਾਂ ਹੈ ਨਹੀਂ, ਪਰ ਸਵਾਲ ਮੈਂ ਪੜ੍ਹ ਦਿੰਦੀ ਹਾਂ। ਸਾਨੂੰ ਸਵਾਲ ਆਇਆ ਸੀਗਾ, ਅਰਜੁਨ ਕੋਹਲੀ ਹੋਣਾ ਨੇ ਲਿਖਿਆ ਸੀ। ਉਹਨਾਂ ਨੇ ਇਹ ਲਿਖਿਆ, ਕਹਿੰਦੇ ਕਿ ਨਿਹੰਗ ਸਿੰਘ ਜਿਹੜੇ ਹੈ ਉਹ ਸ਼ਹੀਦ ਮਿਸਲਾਂ ਨੂੰ ਮੰਨਦੇ ਨੇ। ਇੱਕ ਸਿੱਖ ਹੋਣ ਦੇ ਨਾਤੇ ਕਿ ਸਾਨੂੰ ਆਪਣੇ ਸ਼ਹੀਦਾਂ ਦੇ ਪੁਨਰ ਜਨਮ ਜਾਂ ਅਵਤਾਰਵਾਦ ਨੂੰ ਮੰਨਣਾ ਚਾਹੀਦਾ ਹੈ, ਕਿਉਂਕਿ ਮੇਰੀ ਸਮਝ ਮੁਤਾਬਕ ਜੋ ਗੁਰੂ ਦੇ ਪਿਆਰੇ ਗੁਰੂ ਨੂੰ ਸਮਰਪਿਤ ਹੋ ਗਏ ਉਹਨਾਂ ਨੂੰ ਮੁੜ ਧਰਤੀ 'ਤੇ ਆਉਣਾ ਨਹੀਂ ਪੈਂਦਾ। ਇਹ ਸਵਾਲ ਅਰਜੁਨ ਕੋਹਲੀ ਹੋਣਾ ਦਾ ਹੈ। ਅਤੇ ਹੁਣ ਇਹਦਾ ਜਵਾਬ ਫਿਰ ਉਹੀ ਗੱਲ ਆ ਜਾਂਦੀ ਹੈ ਪ੍ਰੈਕਟੀਕੈਲਿਟੀ ਦੀ ਔਰ ਥਿਊਰੀ ਦੀ। ਹੁਣ ਇਸ ਦਾ ਜਵਾਬ ਜਿਹੜਾ ਉਹ ਮੈਂ ਨਿਹੰਗ ਸਿੰਘਾਂ ਕੋਲੋਂ ਹੀ ਮੰਗੂੰਗੀ, ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਆਪਣੀ ਇੱਕ ਦਾਇਰਾ ਹੁੰਦਾ ਆ। ਤੁਸੀਂ ਅਗਰ 3 ਤਰ੍ਹਾਂ ਦੇ ਸਟੂਡੈਂਟਸ ਲੈ ਲਓ ਨਾ, ਇੱਕ ਮੈਡੀਕਲ ਦਾ ਸਟੂਡੈਂਟ ਹੈ, ਇੱਕ ਕੋਈ ਮੀਡੀਆ ਦਾ ਸਟੂਡੈਂਟ ਆ, ਔਰ ਇੱਕ ਕੋਈ ਜਿਹੜਾ ਸਪੋਰਟਸ ਦਾ ਸਟੂਡੈਂਟ ਆ। ਤਾਂ ਹੁਣ ਜਿਹੜਾ ਮੈਡੀਕਲ ਦਾ ਸਟੂਡੈਂਟ ਆ ਉਹਨੇ ਕਹਿਣਾ ਕਿ ਸਪੋਰਟਸ ਵਾਲਿਆਂ ਇਹ ਤਾਂ ਕੋਈ ਸਟੂਡੈਂਟ ਹੀ ਨਹੀਂ, ਇਹ ਤਾਂ ਚੰਗੇ ਸਟੂਡੈਂਟ ਨਹੀਂ ਹੈਗੇ, ਕਿਉਂਕਿ ਇਹ ਤਾਂ ਸਾਰਾ ਦਿਨ ਖੇਡਦੇ ਰਹਿੰਦੇ ਆ। ਪੜ੍ਹਨਾ ਬਹੁਤ ਜ਼ਰੂਰੀ ਆ, ਕਿਉਂਕਿ ਉਹਨਾਂ ਵਾਸਤੇ ਸਟੂਡੈਂਟ ਹੋਣ ਦਾ ਮਤਲਬ ਸਿਰਫ ਪੜ੍ਹਨਾ ਹੀ ਆ। ਸਪੋਰਟਸ ਵਾਲਿਆਂ ਨੇ ਕਹਿਣਾ ਕਿ ਇਹ ਸਟੂਡੈਂਟ ਨਹੀਂ ਹੈਗੇ, ਕਿਉਂਕਿ ਸਟੂਡੈਂਟ ਹੋਣ ਲਈ ਤੁਹਾਨੂੰ ਖੇਡਣਾ ਵੀ ਬਹੁਤ ਜ਼ਰੂਰੀ ਆ। ਸੋ ਹਰ ਇੱਕ ਬੰਦੇ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਨਾ ਉਹ ਅਲੱਗ-ਅਲੱਗ ਹੁੰਦੀ ਆ। ਕਿਉਂਕਿ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਹੈ, ਨਿਹੰਗ ਸਿੰਘਾਂ ਦੇ ਆਪਣਾ ਇੱਕ ਅਲੱਗ ਤਰ੍ਹਾਂ ਦੀ ਪੱਧਤੀ ਹੈ, ਉਹਨਾਂ ਦੀ ਆਪਣੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਆ ਉਹ ਦੁਨੀਆ ਕਹਿ ਲਈਏ, ਵੱਖਰੇ ਤਰ੍ਹਾਂ ਦੀ ਦੁਨੀਆ ਹੈ। ਤੋ ਇਸ ਕਰਕੇ ਇਹਦਾ ਜਵਾਬ ਮੈਨੂੰ ਨਹੀਂ ਲੱਗਦਾ ਕਿ ਮੈਂ ਦੇ ਸਕੂੰਗੀ, ਕਿਉਂਕਿ ਮੈਂ ਆਪਣੀ ਮੱਤ ਦੇ ਅਕੋਰਡਿੰਗ ਦਊਂਗੀ, ਜੋ ਕਿ ਮੈਨੂੰ ਨਹੀਂ ਲੱਗਦਾ ਕਿ ਜਾਇਜ਼ ਹੋਊਗਾ ਜਾਂ ਮੈਂ ਉਹਦੇ ਨਾਲ ਬੜੀ ਨਿਆਂ ਕਰ ਸਕੂੰਗੀ। ਇਸ ਕਰਕੇ ਮੈਂ ਜਿਹੜੇ ਵੀ ਨਿਹੰਗ ਸਿੰਘ ਜਿਹੜੇ ਹੈ ਉਹ ਇੱਥੇ ਇਸ ਸਵਾਲ ਨੂੰ ਸੁਣਦੇ ਹੋਣ ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਆਪਣਾ ਜਿਹੜਾ ਜਵਾਬ ਹੈ ਉਹ ਸਾਨੂੰ ਜ਼ਰੂਰ ਲਿਖ ਕੇ ਭੇਜੋ। ਅਗਰ ਲਿਖ ਕੇ ਭੇਜ ਸਕਦੇ ਹੋ, ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਲਿਖ ਕੇ ਨਹੀਂ ਭੇਜਣਾ ਚਾਹੁੰਦੇ ਤਾਂ ਤੁਸੀਂ kirdarekhalsa@akalchannel.tv ਦੇ ਉੱਤੇ ਸਾਨੂੰ ਇੰਨਾ ਲਿਖ ਕੇ ਭੇਜ ਦਿਓ ਕਿ ਅਸੀਂ ਜਵਾਬ ਦੇਣਾ ਚਾਹੁੰਦੇ ਹਾਂ, ਤਾਂ ਮੈਂ ਤੁਹਾਡੇ ਨਾਲ ਕੰਟੈਕਟ ਕਰ ਲੂੰਗੀ, ਫਿਰ ਆਪਾਂ ਇਹਦਾ ਜਵਾਬ ਜਿਹੜਾ ਉਹ ਜ਼ਰੂਰ ਦਈਏ। ਇਹ ਵੀ ਜ਼ਰੂਰੀ ਨਹੀਂ ਕਿ ਆਪਾਂ ਜਵਾਬ ਅਗਲੇ ਐਪੀਸੋਡ ਦੇ ਵਿੱਚ ਦੇਣਾ, ਉਸ ਤੋਂ ਬਾਅਦ ਵੀ ਦੇ ਸਕਦੇ ਹਾਂ, ਪਰ ਤੁਸੀਂ ਇਹਦੇ ਬਾਰੇ ਸਾਨੂੰ ਜ਼ਰੂਰ ਕੰਟੈਕਟ ਕਰੋ, ਕਿਉਂਕਿ ਇਹ ਸਵਾਲ ਆਇਆ ਤਾਂ ਸਾਡੇ ਜਿਹੜੇ ਯੰਗਸਟਰਸ ਦੇ ਸਵਾਲ ਹੈ ਸਾਨੂੰ ਉਹਨਾਂ ਦੇ ਜਵਾਬ ਜ਼ਰੂਰ ਲੱਭਣੇ ਚਾਹੀਦੇ ਆ। ਇੰਨੀ ਗੱਲ ਕਹਿੰਦੀ ਹੋਈ ਅੱਜ ਦੇ ਜਿਹੜੇ ਐਪੀਸੋਡ ਦਾ ਮੈਂ ਇੱਥੇ ਹੀ ਸਮਾਪਨ ਕਰਦੀ ਹਾਂ। ਅਗਲੇ ਐਪੀਸੋਡ ਦੇ ਵਿੱਚ ਮੈਂ ਕੁਐਸਚਨ ਆਨਸਰਸ ਹੀ ਅੱਗੇ ਕੰਟੀਨਿਊ ਕਰੂੰਗੀ, ਕਿਉਂਕਿ ਅੱਜ ਜਿਹੜਾ ਉਹ ਪੁਰਾਣੇ ਹੀ ਮੈਂ ਕੈਰੀ ਔਨ ਕੀਤਾ। ਜਿਹੜੇ ਸਵਾਲ ਆ ਉਹ ਬਹੁਤ ਸਾਰੇ ਆਲਰੇਡੀ ਬੈਕਲੌਗ ਦੇ ਵਿੱਚ ਹੈਗੇ ਆ। ਤੋ ਅਗਲੇ ਐਪੀਸੋਡ ਦੇ ਵਿੱਚ ਮੈਂ ਕੁਐਸਚਨ ਆਨਸਰਸ ਲੈ ਕੇ ਆਊਂਗੀ। ਇਸ ਸਵਾਲ ਦਾ ਜਵਾਬ ਮੈਂ ਕਿਸੇ ਨਿਹੰਗ ਸਿੰਘ ਜਿਹੜੇ ਹੈ ਉਹਨਾਂ ਕੋਲੋਂ ਹੀ ਮੈਂ ਚਾਹੂੰਗੀ ਕਿ ਉਹੀ ਇਹਦਾ ਜਵਾਬ ਦੇਣ, ਤਾਂ ਸ਼ਾਇਦ ਬੈਸਟ ਜਵਾਬ ਉਹੀ ਦੇ ਸਕਦੇ ਆ। ਮੇਰੇ ਵੱਸ ਦੀ ਗੱਲ ਹੈ ਨਹੀਂ ਇਹ। ਇੰਨੀ ਗੱਲ ਕਹਿੰਦੀ ਹੋਈ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।